सत श्री अकाल जी, गुड मॉर्निंग संगत देख रहे सारे दर्शकों का बहुत बहुत स्वागत है। मैं हाँ रूही ग्रोवर ते अज दिन है शुक्रवार 19 नवंबर 2021 ते देसी मगर महीने की मिति है 4 ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ ਜਾਂ ਫਿਰ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰਸ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ। ਤੇ ਹੁਣ ਪ੍ਰੋਗਰਾਮ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਦਿੰਦੇ ਹਾਂ। ਤੇ ਅੱਜ ਇਹ ਗੱਲ ਬਿਲਕੁਲ ਸਾਰਥਕ ਹੋ ਗਈ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਕਿਉਂਕਿ ਅੱਜ ਸਵੇਰੇ ਪੀਐਮ ਮੋਦੀ ਨੇ ਪਹਿਲਾਂ ਤਾਂ ਟਵੀਟ ਕਰਕੇ ਜਿਹੜੇ ਸਾਡੇ ਦੇਸ਼ ਵਾਸੀ ਆ ਉਹਨਾਂ ਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਉਸ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਹੈ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਨੇ ਕਾਲੇ ਖੇਤੀ ਕਾਨੂੰਨ ਉਹਨਾਂ ਨੂੰ ਰੱਦ ਕਰ ਦਿੱਤਾ ਜਾਏਗਾ ਤੇ ਅਗਲੀ ਜਿਹੜੀ ਸੰਸਦ ਦੀ ਸੈਸ਼ਨ ਹੈ ਉਸ ਵਿੱਚ ਇਹਨਾਂ ਨੂੰ ਰੱਦ ਕਰ ਦਿੱਤਾ ਜਾਏਗਾ। ਤੇ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਤੇ ਸਾਡੇ ਨਾਲ ਪ੍ਰੋਗਰਾਮ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਜੀ। ਜੰਮੂ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਤੇ ਜੰਮੂ ਜੀ, 1 ਸਾਲ ਤੋਂ ਵੱਧ ਦਾ ਜਿਹੜਾ ਇਹ ਲੰਮਾ ਸੰਘਰਸ਼ ਸੀ ਜੋ ਚੱਲਦਾ ਆ ਰਿਹਾ ਸੀ ਹੁਣ, ਤੇ ਜੂਨ 2020 ਚ ਇਹ ਜਿਹੜਾ ਸੰਘਰਸ਼ ਸੀ ਕਿਸਾਨੀ ਸੰਘਰਸ਼ ਚੱਲਦਾ ਆ ਰਿਹਾ ਹੈ ਇਹ ਜਾਰੀ ਰਿਹਾ। ਕਈ ਸ਼ਹੀਦੀਆਂ ਹੋਈਆਂ, 700 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋਏ। ਉਸ ਤੋਂ ਬਾਅਦ ਲਖੀਮਪੁਰ ਖੀਰੀ ਕਾਂਡ ਅਸੀਂ ਕਹਿ ਲਈਏ, ਸਿੰਘੂ ਬਾਰਡਰ ਦਾ ਕਹਿ ਲਈਏ, ਕਰਨਾਲ ਵਿੱਚ ਜੋ ਹੀ ਹਿੰਸਕ ਘਟਨਾਵਾਂ, ਉਸ ਤੋਂ ਬਾਅਦ ਇਹ ਜਿਹੜਾ ਵੱਡਾ ਇਤਿਹਾਸਿਕ ਫੈਸਲਾ ਅੱਜ ਸਾਡੇ ਪੀਐਮ ਮੋਦੀ ਨੇ ਕੀਤਾ ਹੈ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀਆਂ ਜਿਹੜੀਆਂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਹੈ ਉਹਦੀਆਂ ਬਹੁਤ-ਬਹੁਤ ਮੁਬਾਰਕਾਂ, ਤੇ ਦੁਬਾਰਾ ਮੁਬਾਰਕਾਂ ਇਸ ਗੱਲ ਦੀਆਂ ਕਿ ਅੱਜ ਇਸ ਦਿਨ ਤੇ ਇੱਕ ਵੱਡਾ ਐਲਾਨ ਪ੍ਰਧਾਨ ਮੰਤਰੀ ਨੇ ਕੀਤਾ ਹੈ ਤੇ ਨਾਲ ਇਹ ਵਾਅਦਾ ਕੀਤਾ ਹੈ ਕਿ ਜਿਹੜਾ ਮੌਨਸੂਨ ਜਿਹੜਾ ਸਰਦ ਰੁੱਤ ਦਾ ਸੈਸ਼ਨ ਆ ਰਿਹਾ ਉਹਦੇ ਵਿੱਚ ਇੱਕ ਬਿੱਲ ਲਿਆ ਕੇ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਜਾਣਗੇ। ਇਹ ਇੱਕ ਵੱਡੀ ਪ੍ਰਾਪਤੀ ਹੈ ਕਿਸਾਨ ਅੰਦੋਲਨ ਦੀ, ਇਤਿਹਾਸਕ ਪ੍ਰਾਪਤੀ ਹੈ। ਮਤਲਬ ਅੱਜ ਜਿਹੜਾ ਕਿਸਾਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਲੌ ਦੇਖਣ ਵਾਲਾ ਹੈ, ਉਹ ਕਿਤੇ ਲੱਡੂ ਵੰਡ ਰਿਹਾ ਹੈ, ਕਿਤੇ ਜਲੇਬੀਆਂ ਵੰਡ ਰਿਹਾ ਹੈ। ਉਹਨਾਂ ਨੇ ਇੱਕ ਐਡੀ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਜਿਹੜੀ ਹੋਰ ਕਿਤੇ ਮਿਸਾਲ ਮਿਲਣੀ ਮੁਸ਼ਕਲ ਹੈ। ਤੇ ਇਹ ਜਿੱਤ ਵੀ ਉਸ ਦਿਨ ਹੋਈ ਹੈ ਜਿਸ ਦਿਨ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਹੈ। ਇਸ ਕਰਕੇ ਅੱਜ ਦੇ ਦਿਨ ਦੀਆਂ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਮੈਂ ਸਮਝਦਾ ਵੀ ਦੋਹਰੀਆਂ ਮੁਬਾਰਕਾਂ ਨੇ। ਜਿਹੜੇ ਸਾਨੂੰ ਸੁਣ ਰਹੇ, ਜਿਹੜੇ ਸਾਨੂੰ ਦੇਖ ਰਹੇ, ਉਹਨਾਂ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕ ਦਿੰਦੇ ਹਾਂ। ਦੂਜੀ ਗੱਲ ਇਹ ਹੈਗੀ ਕਿ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਹ ਜਿਹੜਾ ਸਿਧਾਂਤ ਹੈ ਕਿਰਤ ਤੇ ਜਿਹੜੀ ਇਹ ਕਿਰਤੀਆਂ ਦੀ ਕਿਸਾਨਾਂ ਦੀ ਇੱਕ ਜਿੱਤ ਹੈ। ਇਹਦੇ ਵਿੱਚ ਕਿਹਾ ਜਾਂਦਾ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਹੈ 7.5 ਸਾਲ ਤਕਰੀਬਨ ਹੋ ਗਏ ਆ, ਇਹਨਾਂ ਨੇ ਕੋਈ ਫੈਸਲਾ ਕਰਕੇ ਵਾਪਸ ਨਹੀਂ ਲਿਆ ਤੇ ਪਹਿਲਾ ਫੈਸਲਾ ਜਿਹੜਾ ਇਹਨਾਂ ਨੂੰ ਇਸ ਲੈਵਲ ਤੇ ਇਸ ਪੱਧਰ ਤੇ ਵਾਪਸ ਲੈਣਾ ਪਿਆ। ਇਸ ਤੋਂ ਅੰਦਾਜ਼ਾ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ ਦੀ ਜਿਹੜੀ ਆ ਉਹ ਕਿੰਨੀ ਸ਼ਕਤੀ ਹੈ। ਦੂਜਾ, ਪ੍ਰਧਾਨ ਮੰਤਰੀ ਕੁਝ ਸਮਾਂ ਪਹਿਲਾਂ ਅਮਰੀਕਾ ਗਏ ਸੀ, ਨਿਊਯਾਰਕ ਦੇ ਵਿੱਚ ਗਏ ਸੀ। ਨਿਊਯਾਰਕ 'ਚ ਉਹਨਾਂ ਦਾ ਵਿਰੋਧ ਹੋਇਆ, ਉੱਥੇ ਕਾਲੇ ਝੰਡੇ ਦਿਖਾਏ ਗਏ। ਫਿਰ ਉਹ ਸਕਾਟਲੈਂਡ ਗਏ ਸੀ, ਉੱਥੇ ਵੀ ਕਾਲੇ ਝੰਡੇ ਦਿਖਾਏ ਗਏ। ਮਤਲਬ ਵਿਸ਼ਵ ਪੱਧਰ ਦੇ ਉੱਪਰ ਇਸ ਅੰਦੋਲਨ ਦਾ ਅਸਰ ਸੀਗਾ। ਵਿਸ਼ਵ ਪੱਧਰ ਦੇ ਉੱਪਰ ਕਿਸਾਨਾਂ ਨੇ ਜਿਹੜਾ ਵਿਰੋਧ ਕਰਨਾ ਸ਼ੁਰੂ ਕੀਤਾ, ਕਿਸਾਨਾਂ ਦੇ ਹਮਾਇਤੀਆਂ ਨੇ ਕਰਨਾ ਸ਼ੁਰੂ ਕੀਤਾ। ਜਿੱਥੇ ਵੀ ਪ੍ਰਧਾਨ ਮੰਤਰੀ ਜਾਂਦੇ ਉੱਥੇ ਵਿਰੋਧ ਜਿਹੜਾ ਉਹ ਦਿਖਾਈ ਦਿੰਦਾ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਨਫਾ ਨੁਕਸਾਨ ਪਿਛਲੀਆਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ, ਜਿਹੜੀਆਂ ਕਿ ਜਿਹੜੀਆਂ 3 ਲੋਕ ਸਭਾ ਹਲਕਿਆਂ ਦੀਆਂ ਸੀਗੀਆਂ, ਉਹਦੇ ਨਾਲ 30 ਦੇ ਕਰੀਬ ਜਿਹੜੀਆਂ ਵਿਧਾਨ ਸਭਾ ਹਲਕਿਆਂ ਦੀਆਂ ਸੀ, ਉਹ ਸਵਾਏ ਅਸਾਮ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਪਰ ਜਿਹੜਾ ਬੀਜੇਪੀ ਨੂੰ ਹਾਰ ਹੋਈ। ਉਸ ਹਾਰ ਦੇ ਵਿੱਚ ਜਿਹੜੇ ਸਾਡੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼, ਜਿੱਥੇ ਸੇਬ ਦੀਆਂ ਕੀਮਤਾਂ ਡਿੱਗੀਆਂ, ਉਹਨਾਂ ਨੇ ਵੱਡੀ ਹਾਰ ਦਿੱਤੀ। ਇੱਕ ਹਲਕੇ ਦੇ ਵਿੱਚ ਤਾਂ ਜ਼ਮਾਨਤ ਜ਼ਬਤ ਹੋਈ। ਇਹ ਵੀ ਕਿਹਾ ਜਾਂਦਾ ਕਿ ਇੰਨੀਆਂ ਘੱਟ ਵੋਟਾਂ ਪਈਆਂ, ਨੋਟਾ ਵੀ ਵੱਧ ਵੋਟਾਂ ਲੈ ਗਿਆ। ਇਹੀ ਹੋਰ ਥਾਵਾਂ ਦੇ ਉੱਪਰ ਵੀ ਦੇਖਣ ਨੂੰ ਮਿਲਿਆ ਕਿ ਬਹੁਤ ਨੁਕਸਾਨ ਜਿਹੜਾ ਹੋਇਆ ਬੀਜੇਪੀ ਨੂੰ। ਤੇ ਹੁਣ ਯੂਪੀ ਦੇ ਵਿੱਚ ਚੋਣਾਂ, 5 ਸੂਬਿਆਂ ਦੀਆਂ ਚੋਣਾਂ ਹੋਣੀਆਂ ਸੀ। ਪੰਜਾਬ ਦਾ ਤਾਂ ਵੱਖਰਾ ਕੇਸ ਹੀ ਵੱਖਰਾ ਨਾ। ਪੰਜਾਬ ਦੇ ਵਿੱਚ ਤਾਂ ਬੀਜੇਪੀ ਦੇ ਆਗੂਆਂ ਨੂੰ ਜੋ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਕਰਕੇ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਇੱਕ ਵੱਖਰਾ ਕੇਸ ਹੈ, ਪਰ ਯੂਪੀ ਦੇ ਵਿੱਚ ਵੀ ਹਾਲਤ ਜਿਹੜੀ ਆ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਪਤਲੀ ਹੋਣੀ ਸੀਗੀ।
ਉਹਦੇ ਵਿੱਚ ਜਿਹੜੀਆਂ ਪਹਿਲੇ ਸਮੇਂ ਦੇ ਵਿੱਚ ਇਹਨਾਂ ਨੇ ਰੈਲੀਆਂ ਕੀਤੀਆਂ, ਜਾਂ ਲਖੀਮਪੁਰ ਖੀਰੀ ਤਿਕੋਨੀਆਂ ਦਾ, ਜੋ ਜਿਵੇਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਨੇ, ਆਸ਼ੀਸ਼ ਮਿਸ਼ਰਾ ਨੇ, ਹਾਂਜੀ। ਜਿਹੜਾ 3-4 ਕਿਸਾਨ ਤੇ ਇੱਕ ਪੱਤਰਕਾਰ ਨੂੰ ਦੜ ਕੇ ਮਾਰਿਆ। ਮਤਲਬ ਉਹ ਮਾਮਲੇ ਨੇ ਯੂਪੀ ਦੇ ਵਿੱਚ ਖਾਸ ਕਰਕੇ ਕਿਸਾਨੀ ਦੇ ਵਿੱਚ, ਆਮ ਜਨਤਾ ਦੇ ਵਿੱਚ ਇਹਨਾਂ ਦੇ ਖਿਲਾਫ ਰੋਸ ਪੈਦਾ ਕੀਤਾ। ਫਿਰ ਸਿੰਘੂ ਬਾਰਡਰ ਦੇ ਉੱਪਰ ਜਿਹੜਾ ਇੱਕ ਸਧਾਰਨ ਵਿਅਕਤੀ ਦਾ ਬੇਅਦਬੀ ਕਹਿ ਕੇ ਜਿਵੇਂ ਉਹਦਾ ਮਰਡਰ ਹੋਇਆ, ਉਹ ਆਪਣੇ ਦਾ 26 ਜਨਵਰੀ, ਇਹ ਸਾਰੀਆਂ ਘਟਨਾਵਾਂ ਨੇ। ਕਰਨਾਲ ਜਿਵੇਂ ਐਸਡੀਐਮ ਨੇ, ਜਿਹੜਾ ਆਈਐਸ ਅਧਿਕਾਰੀ ਸੀਗਾ, ਜਿਵੇਂ ਉਹਨੇ ਕਿਸਾਨਾਂ ਦੇ ਸਿਰ ਤੋੜਨ ਦਾ, ਮਤਲਬ ਇਹ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਕਿਸਾਨਾਂ ਦੇ ਖਿਲਾਫ। ਮਤਲਬ ਜਿਹੜੇ ਇਹਨਾਂ ਨੇ ਨਰੇਟਿਵ ਸਿਰਜਣੇ ਸੀਗੇ, ਇੱਕ ਨਰੇਟਿਵ ਨਹੀਂ, 2 ਨਰੇਟਿਵ ਨਹੀਂ, ਲਗਾਤਾਰ ਮਤਲਬ ਕਈ ਨਰੇਟਿਵ ਜਿਹੜੇ ਸਿਰਜੇ, ਪਰ ਇੱਕ ਇੱਕ ਕਰਕੇ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜੋ ਵੀ ਇਹਨਾਂ ਕਿਹਾ, ਕੱਲੇ ਕੱਲੇ ਮਾਮਲੇ ਦੇ ਉੱਪਰ ਇਹਨਾਂ ਨੂੰ ਹਾਰ ਹੋਈ। ਇਸ ਵੇਲੇ ਇਹਨਾਂ ਨੇ ਜਿਹੜਾ ਫੈਸਲਾ ਲਿਆ, ਅਸੀਂ ਸਮਝਦੇ ਹਾਂ ਦੇਰ ਐਦ ਦਰੁਸਤ ਐਦ, ਇਹਨਾਂ ਨੇ ਫੈਸਲਾ ਸਹੀ ਲੈ ਲਿਆ, ਚੰਗਾ ਫੈਸਲਾ। ਇਹਦੇ ਨਾਲ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਉਹਦੇ ਹੱਕ 'ਚ ਫੈਸਲਾ ਹੋ ਗਿਆ, ਇਹ ਚੰਗੀ ਗੱਲ ਹੈ। ਹੁਣ ਸੰਯੁਕਤ ਕਿਸਾਨ ਮੋਰਚਾ ਉਹ ਫੈਸਲਾ ਕਰੇਗਾ ਅੱਗੇ ਉਹਨਾਂ ਨੇ ਕੀ ਕਰਨਾ, ਪਰ ਇਹ ਫੈਸਲਾ ਅਸੀਂ ਸਮਝਦੇ ਦੇਸ਼ ਦੇ ਹਿੱਤ ਦੇ ਵਿੱਚ ਹੈ, ਕਿਸਾਨਾਂ ਦੇ ਹਿੱਤ ਦੇ ਵਿੱਚ ਹੈ, ਸਰਕਾਰ ਉਹਦੇ ਵੀ ਹਿੱਤ 'ਚ ਹੈ, ਸਾਰਿਆਂ ਦੇ ਹਿੱਤ ਦੇ ਵਿੱਚ ਹੈਗਾ। ਇਹ ਫੈਸਲਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ, ਇਹ ਲੇਟ ਹੋਇਆ, ਇਹ ਪਹਿਲਾਂ ਕਰ ਲਿਆ ਜਾਣਾ ਚਾਹੀਦਾ ਸੀ। ਅੰਗਰੇਜ਼ਾਂ ਦੇ ਸਮੇਂ ਵੀ ਐਡਾ ਕਿਸਾਨੀ ਦਾ ਕੋਈ ਅੰਦੋਲਨ ਨਹੀਂ ਚੱਲਿਆ, ਉਹਦੇ ਵਿੱਚ ਵੀ ਜਿਹੜਾ ਸ਼ਹੀਦ ਆਜਮ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਹੋਣਾ ਨੇ ਅੰਦੋਲਨ ਜਿਹੜਾ ਚਲਾਇਆ ਸੀਗਾ, ਪਗੜੀ ਸੰਭਾਲ ਜੱਟਾ, ਬਾਂਕੇ ਦਿਆਲ ਦਾ ਜਿਹੜਾ ਗੀਤ ਹੈ, ਉਹ ਐਡਾ ਮਸ਼ਹੂਰ ਹੋਇਆ ਸੀਗਾ। ਇਹ ਅੰਦੋਲਨ ਉਹਦੇ ਤੋਂ ਵੀ ਅੱਗੇ ਚਲੇ ਗਿਆ ਸੀਗਾ। ਅੱਜ 19 ਤਰੀਕ ਹੋ ਗਈ, 26 ਤਰੀਕ ਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਪਰ 1 ਸਾਲ ਪੂਰਾ ਹੋ ਜਾਣਾ ਸੀ। ਹੁਣ ਤੋਂ ਹੀ ਲਾ ਲਓ 7 ਦਿਨਾਂ ਨੂੰ। ਪੰਜਾਬ ਦੇ ਵਿੱਚ ਜੂਨ ਦੇ ਵਿੱਚ ਸ਼ੁਰੂ ਹੋਇਆ ਸੀ, ਇੱਥੇ 1 ਸਾਲ ਤੋਂ ਵੀ ਉੱਪਰ ਹੋ ਗਿਆ। ਪੰਜਾਬ ਦੇ ਵਿੱਚ ਕੋਈ 70-75 ਥਾਵਾਂ ਦੇ ਉੱਪਰ ਧਰਨੇ ਲੱਗੇ ਹੋਏ। ਹਰਿਆਣੇ ਦੇ ਵਿੱਚ ਜਿਹੜਾ ਆਪਣਾ ਸਰਸਾ ਹੈ, ਉੱਥੇ ਸ਼ਹੀਦ ਆਜਮ ਭਗਤ ਸਿੰਘ ਪਾਰਕ, ਉਹਦੇ ਸਾਹਮਣੇ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਲੰਮੇ ਸਮੇਂ ਤੋਂ। ਉੱਥੇ ਹਰਿਆਣੇ ਦੇ ਵਿੱਚ ਜਿਹੜਾ ਇਹਨਾਂ ਨੂੰ ਬੀਜੇਪੀ ਦੇ ਆਗੂਆਂ ਨੂੰ, ਜੇਜੇਪੀ ਦੇ ਆਗੂਆਂ ਨੂੰ ਵੜਨਾ ਮੁਸ਼ਕਲ ਹੋਇਆ। ਹਰਿਆਣੇ ਦੇ ਵਿੱਚ ਵਿਰੋਧ ਹੁੰਦਾ, ਸਰਕਾਰ ਹੁੰਦਿਆਂ ਬਾਈ ਇਲੈਕਸ਼ਨ ਹਾਰੇ। ਮਤਲਬ ਸਾਰੀਆਂ ਜਿਹੜੀਆਂ ਗਿਣਤੀਆਂ ਮਿੰਟੀਆਂ ਜੋ ਹਿਸਾਬ ਕਿਤਾਬ ਹੈ, ਉਹ ਲਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ। ਇਹ ਫੈਸਲਾ ਪਹਿਲਾਂ ਹੋ ਜਾਂਦਾ ਤਾਂ ਇੰਨਾ ਨੁਕਸਾਨ ਨਹੀਂ ਸੀ ਹੋਣਾ। ਹੁਣ ਇਸ ਅੰਦੋਲਨ ਦੇ ਵਿੱਚ ਜਿਹੜੀ ਕਿਸਾਨਾਂ ਕੋਲ ਫਿਗਰ ਹੈ, ਉਹਦੇ ਮੁਤਾਬਕ 667 ਕਿਸਾਨ ਜਿਹੜੇ ਉਹ ਇਹਦੇ ਵਿੱਚ ਦਮ ਤੋੜ ਗਏ। ਪਹਿਲਾਂ 700 ਕਿਹਾ ਜਾਂਦਾ ਸੀ, ਐਕਚੁਅਲੀ ਜੋ ਉਹਨਾਂ ਕੋਲ ਡਾਟਾ ਹੈ ਉਹਦੇ ਮੁਤਾਬਕ ਇੰਨੇ ਕਿਸਾਨ ਜਿਹੜੇ ਉਹ ਦਮ ਤੋੜ ਗਏ। ਕਿਸਾਨ ਆਗੂਆਂ ਨੇ ਇਹਦੇ ਉੱਪਰ ਜਿਹੜਾ ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕੀਤਾ, ਉਹਦੇ ਬਾਰੇ ਟਿੱਪਣੀਆਂ ਕੀਤੀਆਂ, ਉਹਦੇ ਬਾਰੇ ਕਿਹਾ ਵੀ ਅਸੀਂ ਕੱਲ ਨੂੰ ਉਹਨਾਂ ਦੀ ਮੀਟਿੰਗ ਹੋਏਗੀ, ਉਸ ਮੀਟਿੰਗ ਦੇ ਵਿੱਚ ਉਹ ਅਗਲਾ ਫੈਸਲਾ ਲੈਣਗੇ। ਫੈਸਲਾ ਕੀ ਹੋਣ ਦੀ ਪੋਸੀਬਿਲਿਟੀ ਹੈ? ਇੱਕ ਫੈਸਲਾ ਤਾਂ ਇਹ ਹੋਏਗਾ ਕਿ ਜਿੰਨਾ ਚਿਰ ਸੰਸਦ ਦੇ ਵਿੱਚ ਕਾਨੂੰਨ ਪਾਸ ਹੋ ਕੇ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ, ਉਹਨਾਂ ਚਿਰ ਉਹ ਆਪਣੇ ਦਿੱਲੀ ਤੋਂ ਵਾਪਸ ਨਹੀਂ ਹੋਣਗੇ। ਇੱਕ ਤਾਂ ਇਹਦੀ ਪੋਸੀਬਿਲਿਟੀ ਹੈ। ਦੂਜਾ ਜਿਹੜਾ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ ਤੇ ਹੋਰਾਂ ਨੇ, ਡਾਕਟਰ ਦਰਸ਼ਨਪਾਲ, ਜਿਹੜੇ ਹੋਰ ਆਗੂ ਵੀ ਹਨ, ਉਹਨਾਂ ਦਾ ਇੱਕ ਕਹਿਣਾ ਹੈਗਾ ਮਤਲਬ ਵੀ ਪ੍ਰਧਾਨ ਮੰਤਰੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਹੀ ਹੈ, ਪਰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਪੰਜਾਬ ਤੇ ਹਰਿਆਣਾ 'ਚ ਮਿਲਦੀ ਜਾਂ ਕਿਸੇ ਹੋਰ ਇੱਕ ਅੱਧੀ ਜਗ੍ਹਾ ਮਿਲਦੀ, ਬਹੁਤੀ ਥਾਵਾਂ ਤੇ ਨਹੀਂ ਮਿਲਦੀ। ਉਹਦੇ ਬਾਰੇ ਵੀ ਕੁਝ ਕਹਿਣਾ ਚਾਹੀਦਾ ਸੀਗਾ, ਉਹਦੀ ਵੀ ਗੱਲ ਹੋਣੀ ਚਾਹੀਦੀ ਹੈ। ਮੈਨੂੰ ਇਹ ਪਤਾ ਲੱਗਾ ਇਸ ਮੁੱਦੇ ਦੇ ਉੱਪਰ ਇੱਕ ਕਮੇਟੀ ਬਣਾਈ ਜਾ ਰਹੀ ਹੈ। ਉਹ ਕਮੇਟੀ ਬਣਾ ਕੇ ਉਹਦੇ ਨਾਲ ਇਹ ਮਸਲੇ ਨੂੰ ਹੱਲ ਕੀਤਾ ਜਾਏਗਾ ਤੇ ਕੁਝ ਨਾ ਕੁਝ ਬਾਕੀ ਸੂਬਿਆਂ ਦੇ ਵਿੱਚ ਇੱਕ ਜਾਗ ਲੱਗਣੀ ਹੁੰਦੀ ਹੈ। ਬਾਕੀ ਸੂਬਿਆਂ ਨੂੰ ਮਤਲਬ 21-22 ਸੂਬਿਆਂ ਦੇ ਵਿੱਚ ਅੰਦੋਲਨ ਚੱਲਦਾ ਸੀਗਾ, ਉੱਥੋਂ ਦੇ ਕਿਸਾਨ ਵੀ ਹੁਣ ਇੰਨੇ ਕੁ ਜਾਗਰੂਕ ਹੋ ਗਏ ਆ, ਉਹ ਵੀ ਮਿਨੀਮਮ ਸਪੋਰਟ ਪ੍ਰਾਈਸ ਦਾ ਜਿਹੜਾ ਮਾਮਲਾ ਉਹਦੇ ਉੱਪਰ ਲੜਾਈਆਂ ਲੜਨਗੇ। ਉਹ ਲੜ ਰਹੇ, ਉਹਨੂੰ ਹੋਰ ਤੇਜ਼ ਕਰਨਗੇ ਤਾਂ ਕਿ ਉਹਨਾਂ ਨੂੰ ਵੀ ਘੱਟੋ ਘੱਟ ਕੀਮਤਾਂ ਮਿਲਣ ਲੱਗਣ। ਪ੍ਰਧਾਨ ਮੰਤਰੀ ਨੇ ਕਿਹਾ ਜਾਂ ਇਹਦੇ ਤੇ ਇੰਨੇ
ਪੈਸੇ ਦਾ ਮਾਮਲਾ ਹੈਗਾ, ਇੰਨਾ ਪ੍ਰਬੰਧ ਕਰਨਾ ਪਏਗਾ, ਪੈਸੇ ਦਾ ਪ੍ਰਬੰਧ ਕਰਨਾ ਪਏਗਾ, ਉਹ ਪੈਸਾ ਵਾਪਸ ਵੀ ਤਾਂ ਆਉਂਦਾ ਜੀ। ਇਹ ਤਾਂ ਹੈ ਨਹੀਂਗਾ ਵੀ ਅਨਾਜ ਤੁਸੀਂ ਆਪਣੇ ਕੋਲ ਰੱਖ ਲੈਣਾ, ਕੋਈ ਸਟੋਰ ਤਾਂ ਕਰਨਾ ਨਹੀਂਗਾ। ਉਹ ਜਿਹੜਾ ਅਨਾਜ ਹੈ ਲੋਕਾਂ 'ਚ ਵਿਕਦਾ ਵੀ ਹੈ, ਫਿਰ ਪੀਡੀਐਸ 'ਚ ਵੀ ਤੁਸੀਂ ਦੇਣਾ। ਫਿਰ ਜਿਹੜਾ ਤੁਸੀਂ ਇਹ ਕਾਨੂੰਨ ਬਣਾਇਆ, ਮਤਲਬ ਹਰੇਕ ਨੂੰ ਅਨਾਜ ਦੇਣ ਦਾ, ਜਿਹੜਾ ਉਹ ਉਸ ਕਾਨੂੰਨ ਦੇ ਤਹਿਤ ਵੀ ਤੁਸੀਂ ਅਨਾਜ ਦੇਣਾ। ਸੋ ਇਸ ਕਰਕੇ ਇਹ ਨਹੀਂ ਹੈਗਾ ਕਿ ਅਨਾਜ ਜਿਹੜਾ ਉਹ ਇੱਕੋ ਖਰਚਾ ਹੋਣਾ ਤੇ ਵਾਪਸ ਆਉਣਾ ਹੀ ਨਹੀਂਗਾ। ਸੋ ਇਸ ਕਰਕੇ ਇਸ ਮੁੱਦੇ ਦੇ ਉੱਪਰ ਫੈਸਲੇ ਹੋਣਗੇ ਕਿ ਜਿਹੜਾ ਉਸ ਮਾਮਲੇ ਤੇ ਕੀ ਕੀਤਾ ਜਾਏਗਾ। ਉਹਦੇ ਤੇ ਲੱਗਦਾ ਹੈ ਕਿ ਇੱਕ ਕਮੇਟੀ ਜਿਹੜੀ ਆ ਉਹ ਬਣੇਗੀ, ਉਹ ਕਮੇਟੀ ਬਣ ਕੇ ਉਹਦੇ 'ਚ ਫੈਸਲਾ ਹੋਏਗਾ। ਉਹਦੇ 'ਚ ਕਿਸਾਨ ਵੀ ਹੋਣਗੇ, ਉਹਦੇ 'ਚ ਬਾਕੀ ਲੋਕ ਵੀ ਜਿਹੜੇ ਐਕਸਪਰਟ ਵੀ ਹੋਣਗੇ, ਉਹ ਦੇਖਣਾ ਹੋਏਗਾ ਕੀ ਹੁੰਦਾ। ਪਰ ਅੱਜ ਦੇ ਦਿਨ ਇਹ ਬਹੁਤ ਵੱਡੀ ਜਿਹੜੀ ਆ ਇਤਿਹਾਸਕ ਕਿਸਾਨਾਂ ਦੀ ਜਿੱਤ ਹੈ। ਇਸ ਤੇ ਕਿਸਾਨਾਂ ਨੂੰ ਮੁਬਾਰਕਬਾਦ ਹੈ। ਦੂਜਾ, ਕਿਸਾਨਾਂ ਦੇ ਵਿੱਚ ਜਿਹੜੀਆਂ 32 ਜਥੇਬੰਦੀਆਂ, ਕੋਈ ਜਥੇਬੰਦੀ ਬਹੁਤ ਛੋਟੀ ਜੀ ਹੈ, ਕੋਈ ਜਥੇਬੰਦੀ ਬਹੁਤ ਵੱਡੀ ਹੈ, ਪਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਉਹਨਾਂ ਨੇ ਸਾਰਿਆਂ ਨੂੰ ਬਰਾਬਰ ਦਾ ਮੌਕਾ ਦਿੱਤਾ, ਬਰਾਬਰ ਉੱਥੇ ਵਿਚਰਦੇ, ਬਰਾਬਰ ਵਿਚਾਰ ਵਟਾਂਦਰਾ ਹੁੰਦਾ, ਸਾਰਾ ਕੁਝ ਬਰਾਬਰ ਦੇ ਆਧਾਰ ਤੇ ਹੁੰਦਾ। ਤੇ ਜੇ ਸਜ਼ਾ ਦੇਣ ਦਾ ਮਾਮਲਾ ਵੀ ਆਵੇ, ਵੱਡੇ ਵੱਡੇ ਲੀਡਰਾਂ ਨੂੰ ਵੀ ਉਹਦੇ 'ਚ ਸਜ਼ਾ ਮਿਲੀ ਹੈ। ਇਹ ਨਹੀਂ ਹੈਗਾ ਵੀ ਵੱਡਿਆਂ ਨੂੰ ਨਹੀਂ ਮਿਲੀ, ਛੋਟਿਆਂ ਨੂੰ, ਮਤਲਬ ਉਹਦੇ ਵਿੱਚ ਰੁਲਦੂ ਸਿੰਘ ਮਾਨਸਾ ਨੂੰ ਵੀ ਸਜ਼ਾ ਦਿੱਤੀ ਗਈ, ਉਹਦੇ ਵਿੱਚ ਇੱਕ ਫੂਲ ਤੋਂ ਸਰਜੀਤ ਸਿੰਘ ਫੂਲ ਨੂੰ ਵੀ ਸਜ਼ਾ ਮਿਲੀ, ਉਹਦੇ ਵਿੱਚ ਜਿਹੜੇ ਚਡੂਨੀ ਆ ਗੁਰਨਾਮ ਸਿੰਘ ਚਡੂਨੀ, ਉਹਨਾਂ ਨੂੰ ਵੀ ਸਜ਼ਾ ਦਿੱਤੀ। ਉਹ ਤੋਂ ਪਹਿਲਾਂ ਇਹਨਾਂ ਫੈਸਲਾ ਕੀਤਾ ਜਦੋਂ ਚਡੂਨੀ ਹੋਣੀ, ਗੁਰਨਾਮ ਸਿੰਘ ਚਡੂਨੀ ਉਹਨਾਂ ਨੇ ਪੰਜਾਬ ਮਿਸ਼ਨ ਚਲਾ ਲਿਆ, ਤਾਂ ਕਿਸਾਨਾਂ ਨੇ ਕਿਹਾ ਵੀ ਅਸੀਂ ਇਹਦੇ ਨਾਲ ਵੀ ਉਹੀ ਵਰਤਾਅ ਹੋਏਗਾ ਜਿਹੜਾ ਬਾਕੀ ਰਾਜਨੀਤਿਕ ਪਾਰਟੀਆਂ ਨਾਲ ਹੁੰਦਾ। ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਅਨੁਸ਼ਾਸਨ ਹੈ ਉਹਨੂੰ ਤੋੜਦੇ ਆ। ਸੋ ਇਸ ਕਰਕੇ ਹੁਣ ਤਾਂ ਫੈਸਲਾ ਹੋ ਗਿਆ ਨਾ, ਤੇ ਲਾਗੂ ਹੋ ਜਾਏਗਾ। ਨਹੀਂ ਤਾਂ ਚਡੂਨੀ ਵੀ ਜੇ ਪੰਜਾਬ ਚ ਆਉਂਦਾ ਤੇ ਉਹਨੂੰ ਵੀ ਉਹੀ ਸਵਾਲ ਜਿਹੜੇ ਪੁੱਛੇ ਜਾਣੇ ਸੀ ਜਿਹੜੇ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਪੁੱਛੇ ਜਾਂਦੇ ਵੀ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਉਹ ਤਾਂ ਅੰਦੋਲਨ ਦੇ ਵਿੱਚ ਨੇ, ਉਹ ਤਾਂ ਪੰਜਾਬ ਦੇ ਵਿੱਚ ਚੋਣਾਂ ਦੀ ਕੋਈ ਗੱਲ ਨਹੀਂ ਕਰ ਰਹੇ, ਤੇ ਤੁਹਾਨੂੰ ਪੰਜਾਬ ਮਿਸ਼ਨ ਜ਼ਿਆਦਾ ਚੜਿਆ ਹੋਇਆ, ਕਿਉਂ ਮਤਲਬ ਤੁਸੀਂ ਮੋਰਚੇ ਦੀ ਜਿਹੜੀ ਉਹ ਕਰ ਰਹੇ। ਸੋ ਅੱਗੇ ਇੱਕ ਸਵਾਲ ਜਿਹੜਾ ਉੱਠਦਾ ਹੈ, ਸੰਯੁਕਤ ਮੋਰਚੇ ਨੇ 3 ਦਿਨ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਜਿੰਨਾ ਚਿਰ ਮੋਰਚਾ ਨਹੀਂ ਜਿੱਤ ਲੈਂਦੇ ਉਹਨਾਂ ਚਿਰ ਚੋਣਾਂ ਬਾਰੇ ਕੋਈ ਫੈਸਲਾ ਨਹੀਂ ਕਰਾਂਗੇ, ਅਸੀਂ ਚੋਣਾਂ ਦੇ ਮੈਦਾਨ 'ਚ ਨਹੀਂ ਉਤਰਾਂਗੇ, ਅਸੀਂ ਬੀਜੇਪੀ ਦਾ ਵਿਰੋਧ ਜਿਹੜਾ ਉਹ ਜਾਰੀ ਰੱਖਾਂਗੇ, ਉਹਨੂੰ ਹੋਰ ਜ਼ੋਰ ਨਾਲ ਉਹਨਾਂ ਦੇ ਖਿਲਾਫ ਲੜਾਂਗੇ, ਉੱਥੇ ਰੈਲੀਆਂ ਕਰਾਂਗੇ। ਮਤਲਬ 4 ਸੂਬਿਆਂ ਦੇ ਵਿੱਚ ਤਾਂ ਸਥਿਤੀ ਸਾਡੇ ਲਈ ਸਿੱਧੀ ਹੈ, ਉੱਥੇ ਤਾਂ ਬੀਜੇਪੀ ਨੂੰ ਹਰਾਓ। ਪੰਜਾਬ ਦੇ ਵਿੱਚ ਬੀਜੇਪੀ ਉਸ ਤਰੀਕੇ ਦੀ ਧਿਰ ਨਹੀਂ ਗੀ, ਉਸ ਕਿਸਮ ਦੀ ਤਾਕਤ ਨਹੀਂ ਗੀ। ਸੋ ਇਸ ਕਰਕੇ ਇੱਥੇ ਅਸੀਂ ਵੱਖਰੀ ਜਿਹੜੀ ਆ ਪਹੁੰਚ ਅਪਣਾਵਾਂਗੇ। ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਕਰਾਂਗੇ। ਸੋ ਹੁਣ ਇਹ ਸਵਾਲ ਓਬਵੀਅਸਲੀ ਆਏਗਾ, ਇਹ ਕੱਲ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ ਉਹਦੇ 'ਚ ਵੀ ਆਏਗਾ, ਜਿੱਦਣ ਮਤਲਬ ਇਹ ਅੱਗੇ ਮਾਮਲਾ ਚੱਲੇਗਾ ਉਹਦੇ 'ਚ ਵੀ ਆਏਗਾ। ਹਾਂ, ਇੱਕ ਗੱਲ ਮੈਂ ਹੋਰ ਇੱਥੇ ਕਹਿਣਾ ਚਾਹੁੰਦਾ ਕਿ 29 ਨਵੰਬਰ ਤੋਂ ਕਿਸਾਨਾਂ ਨੇ ਇੱਕ ਫੈਸਲਾ ਕੀਤਾ ਸੀ ਵੀ ਪਾਰਲੀਮੈਂਟ ਵੱਲ ਮਾਰਚ ਕਰਾਂਗੇ, 500 ਦਾ ਜਥਾ ਜਾਏਗਾ। ਬਦਲੀਆਂ ਹੋਈਆਂ ਪਰਿਸਥਿਤੀਆਂ ਦੇ ਵਿੱਚ ਮੇਰਾ ਖਿਆਲ ਉਹ ਮਾਰਚ ਇਹ ਕਿਸਾਨ ਜਿਹੜੇ ਆ ਮੁਲਤਵੀ ਕਰ ਦੇਣਗੇ ਵੀ ਹੁਣ ਜਦੋਂ ਗੱਲ ਮੰਨ ਲਈ ਤੇ ਪਾਰਲੀਮੈਂਟ ਕਾਦੇ ਲਈ ਜਾਣਾ। ਸੋ ਇੱਕ ਵੱਡਾ ਫੈਸਲਾ ਉਹ ਹੋ ਜਾਏਗਾ। ਬਾਕੀ ਦੂਜੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਵੀ ਕਿਸੇ ਮਾਮਲੇ ਤੇ ਕੀ ਕੀਤਾ ਜਾਵੇ, ਕਿੱਧਰ ਨੂੰ ਜਾਇਆ ਜਾਵੇ, ਇਹ ਗੱਲਾਂ ਇਸ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਫਿਲਹਾਲ ਜੋ ਵੀ ਫੈਸਲਾ ਹੋਏਗਾ ਉਹਦੀ ਵੇਟ ਕਰਨੀ ਪੈਗੀ ਸਾਨੂੰ, ਸੰਯੁਕਤ ਕਿਸਾਨ ਮੋਰਚੇ ਦਾ ਕੀ ਫੈਸਲਾ ਆਉਂਦਾ। ਪੰਜਾਬ ਦੇ ਵਿੱਚ ਵੀ ਜਿਹੜੇ ਧਰਨੇ ਚੱਲ ਰਹੇ ਆ, ਹਰਿਆਣੇ ਦੇ ਵਿੱਚ ਵੀ ਜਿਹੜੇ ਕਈ ਥਾਵਾਂ ਦੇ ਜਿੱਥੇ ਟੋਲ ਪਲਾਜ਼ੇ ਨੇ ਉਹਨਾਂ ਤੇ ਜਿਹੜੇ ਧਰਨੇ ਚੱਲ ਰਹੇ ਆ, ਉਹ ਮੇਰਾ ਖਿਆਲ ਅਜੇ ਜਿੰਨਾ ਚਿਰ ਕੱਲ ਦੀ ਮੀਟਿੰਗ ਨਹੀਂ ਹੋ ਜਾਂਦੀ ਉਹਨਾਂ ਚਿਰ ਚੱਲਦੇ ਰਹਿਣਗੇ। ਉਹਦੇ ਵਿੱਚ ਫੈਸਲੇ ਤੋਂ ਬਾਅਦ ਹੀ ਉਹ ਜਿਹੜੇ ਧਰਨੇ ਚੁੱਕੇ ਜਾਣਗੇ। ਜੀ ਜੰਮੂ ਜੀ, ਤੇ ਜਿਹੜੇ ਵਿਰੋਧੀ ਧਿਰ ਨੇ ਨਾ ਉਹਨਾਂ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਕਿ ਇਹ ਚੋਣ ਤੋਂ ਪਹਿਲਾਂ ਦੀ ਰਣਨੀਤੀ ਹੈ, ਜਦੋਂ ਸੰਸਦ ਸੈਸ਼ਨ ਹੋਊਗਾ ਤਾਂ ਵੇਖਿਆ ਜਾਊਗਾ ਕਿ ਇਹ ਸੱਚੀ ਰੱਦ ਕੀਤੇ ਜਾਂਦੇ ਕਿ ਨਹੀਂ ਕੀਤੇ ਜਾਂਦੇ। ਨਾਲੇ ਜਿਹੜੇ ਪੰਜਾਬ ਕਾਂਗਰਸ ਦੇ ਕੈਬਨਿਟ ਮੰਤਰੀ ਨੇ ਜਿਹੜੇ ਵੇਰਕਾ, ਉਹਨਾਂ ਨੇ ਵੀ ਇਹ ਕਿਹਾ ਹੈ ਕਿ ਇਹ ਸਿਰਫ ਇੱਕ ਜੁਮਲਾ ਹੈ। ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂਗਾ। ਜੁਮਲਾ ਠੀਕ ਆ, ਕਈ ਗੱਲਾਂ ਤੇ ਜੁਮਲਾ ਹੋ ਸਕਦਾ। ਪ੍ਰਧਾਨ ਮੰਤਰੀ ਨੇ 2 ਗੱਲਾਂ ਕਹੀਆਂ, ਅਸੀਂ ਵਾਪਸ ਲਵਾਂਗੇ ਤੇ ਪਾਰਲੀਮੈਂਟ ਦਾ ਸੈਸ਼ਨ, ਸਰਦ ਰੁੱਤ ਦਾ ਸੈਸ਼ਨ ਆ ਗਿਆ, ਉਹਦੇ ਵਿੱਚ ਕਾਨੂੰਨ ਲਿਆ ਕੇ ਇਹਨਾਂ ਨੂੰ ਰਿਪੀਲ ਕਰ ਦਿਆਂਗੇ। ਇਸ ਕਰਕੇ ਅਸੀਂ ਇਹਨਾਂ ਨੂੰ
जुमला नहीं कर ठीक है कई गल्लां दे उपर जुमलेबाजी 15 लाख रुपया देण दे उपर जुमलेबाजी की कई होर मामलों ते भी की होएगी जी पर असी समझते भी क्योंकि किसानां ने उन्नी देर उठना नहीं उतों इस करके जुमलेबाजी हुई तो भी फड़ी जाए मतलब तुसी किधर भजोगे हाँ जी किसान मैनू लगता है कि जिन्ना चिर नोटिफिकेशन नहीं होएगी उन्ना चिर उतों उठन नहीं लगे तो इस करके तलवार जिहड़ी वो खड़ी रहेगी जी आगू राकेश टिकैत ने भी कहा कि ਅਸੀਂ ਸਿੰਘੂ ਬਾਰਡਰ ਤੇ ਡਟੇ ਰਵਾਂਗੇ ਤਦ ਤੱਕ क्योंकि ਅਸੀਂ ਘੱਟੋ ਘੱਟ मैं 4-5 किसानां नू ਇਹ ਸੁਣਿਆ ਉਹਨਾਂ ਗੱਲ ਵੀ ਹੋਈ ਉਹਨਾਂ ਦੇ ਇਹੀ ਕਹਿਣਾ ਕਿ ਠੀਕ ਹੈ ਉਹ ਉਹਨੂੰ ਇੰਟੈਂਸੀਫਾਈ ਕਰਨ ਦਾ ਤਾਂ ਦੌਰ ਜਾਂਦਾ ਰਿਹਾ ਹੋਰ ਨਹੀਂ ਮਤਲਬ ਇਹਦੇ ਨਾਲ ਜਿਹੜੇ ਬਹੁਤ ਸਾਰੇ ਉਹਨਾਂ ਦੇ ਬਾਰੇ ਕਹਿੰਦੇ ਸੀਗੇ ਕਿਸਾਨਾਂ ਦੇ ਉੱਪਰ ਉਹਨਾਂ ਨੇ ਤਰ੍ਹਾਂ ਦੇ ਹਮਲੇ ਕੀਤੇ ਜਿਹੜੇ ਖੇਤੀ ਕਾਨੂੰਨਾਂ ਦੇ ਫਾਇਦੇ ਗਣਾਉਂਦੇ ਹੁੰਦੇ ਸੀ ਅੱਜ ਉਹਨਾਂ ਦੀ ਕੀ ਹਾਲਤ ਹੋਏਗੀ ਉਹਨਾਂ ਨੂੰ ਸੋਚਣਾ ਪੈਗਾ ਮੈਨੂੰ ਕਿਸੇ ਨੇ ਟਵੀਟ ਕਰਕੇ ਭੇਜਿਆ ਕਿ ਜਿਹੜੇ ਉਹਨਾਂ ਦੇ ਸਪੋਕਸਮੈਨ ਆ ਉਹ ਕਹਿੰਦੇ ਪਹਿਲਾਂ ਤਾਂ ਅਸੀਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਦੇ ਗਏ ਹੁਣ ਅਸੀਂ ਸਾਨੂੰ ਇਹ ਦੱਸਣਾ ਪਏਗਾ ਵੀ ਖੇਤੀ ਕਾਨੂੰਨ ਵਾਪਸ ਲੈਣ ਦੇ ਕੀ ਫਾਇਦੇ ਆ ਮਤਲਬ ਇਹੋ ਜਿਹੀ ਹਾਲਤ ਜਿਹੜੀ ਆ ਸਪੋਕਸ ਪਰਸਨ ਦੀ ਹੋਏਗੀ ਇਹ ਦੇਖਣਾ ਹੋਏਗਾ ਇਹਦੀ ਜਿਹੜੀ मतलब कई तरह के ये आ रहे प्रतिक्रम वैसे जिन्ने प्रतिक्रम मैं देखे है सुने हैं उन्होंने सारे ने अल्टीमेटली कहा भी ठीक फैसला लिया इनू गल हुण लागू करनी है लागू हो जाएगा मैनू लगता है सरकार हुण देश के प्रधानमंत्री तो कोई ना कोई तो तेनू विश्वास करना ही पेगा ना ये पूरी नेशन नू एड्रैस किया उन्हें गलती भी मनी भी साडे कोलों गलती हुई है असीं ओहदी माफी मंगदे गलती मान लेना माफी मंग लेना वड्डी गल हैगी है तो विरोधी धिर ने कोई ना कोई तो कहना ही है ठीक है इस गल दे उपर मतलब भी इन्ने किसान इहदे च मारे गए बीबियां दरड़ियां गईयां हुण सवाल एक ये होएगा कि जिहड़े केंद्री गृह राज मंत्री है अजय मिश्रा उन्हां दे मुद्दे उपर किसान अंदोलन की स्टैंड लैंदा उन्हां पहला यह स्टैंड लिया होया कि इहनूं बाजार चों डिसमिस करो फिर उन्हां दे भावें कि ये ठीक है कि सुप्रीम कोर्ट ने जिहड़ी आ उस लखीमपुर खीरी दा जिहड़ा कांड है उहदे विच जिहड़ा पंजाब हरियाणा हाई कोर्ट दे साबका जज है जिहड़े उन्हां दी रिटायर्ड जज दी जिम्मेवारी लाती है तो यूपी सरकार ने भी उन्होंने एक्सेप्ट कर लिया प्रवान कर लिया तो वो जांच मेरा ख्याल ठीक दिशा दे विच चल पेगी पर यह सवाल फिर भी खड़ा रहेगा कि अजय मिश्रा है उहदे बारे ते किसान अंदोलन की स्टैंड लैंदा कई बारी कई छोटियां मामलों ते कई गल्लां फस जांदियां पर मैनूं लगदा नहीं केंद्र सरकार ने जे एडा वड्डा फैसला लिया तो इस गल दे उपर कोई अड़िक्का बनेगा तो मैनूं लगदा है गल्लां जिहड़ियां अगे वधणगीਆਂ समूथ चल पेगा मेरा ख्याल ये कहंदा कि विरोधी धिर दी अपनी थां ते गल ठीक है कि ये सरकार दे विच काफ़ी जुमलेबाजी चलदी है देखो एक गल होर जिहड़ी है तेल दीयां कीमतां वध रहीआं सीगीआं बड़ी रोजाना ही असीं 30-35 पैसे डीजल वध जांदा सी इन्ना ही पेट्रोल वध जांदा सी जदों दीयां चोणां हारे उस तो बाद एकदम केंद्र सरकार ने 10 रुपये डीजल पेट्रोल सस्ता किया 5 रुपये डीजल सस्ता किया पंजाब ने भी इवें ही किया उहदे नाल लोकां नूं एक राहत मिली है पर यह राहत होर मिलनी चाहिए क्योंकि कौमांतरी मार्केट च तेल दीयां कीमतां इन्नियां नहीं है पर गल जम्मू जी उदों बने जिवें एक दिन करके जिहड़ी कीमतां सी वध रहीआं सी हुण एक दिन करके घटणीआं चाहीदियां उसी तरह घटणीआं ते एक वारी घटा के बैठ गए ना ये तां एक प्रैशर सीगा जे लोगों ने होर घटाउणीआं ते आ रहीआं 5 सूबिਆਂ ਦੀਆਂ ਚੋਣਾਂ लोग फैसला करन किसानां ने इसे करके नारा दिंदा ना भी वोट दी चोट दा नारा जिहड़ा वो इस ਉਹਦੇ ਚੋਂ ਹੀ ਨਿਕਲਿਆ ਸੀਗਾ तो ਉਹਨਾਂ ਨੇ ਵੋਟ ਦੀ ਚੋਟ ਜਿਹੜੀ ਆ ਬੰਗਾਲ 'ਚ ਵੀ ਲਾਈ ਹੋਰ ਥਾਵਾਂ ਦੇ ਉੱਪਰ ਵੀ ਲਾਈ ਤੇ ਉਹਦੇ ਸਿੱਟੇ ਆਏ ਤੇ ਉਹਨਾਂ ਨੇ ਕਹਿਤਾ ਵੀ ਠੀਕ ਆ ਤੁਸੀਂ ਨਹੀਂ ਸਾਡੀ ਸੁਣਦੇ ਅਸੀਂ ਇੱਥੇ ਬੈਠੇ ਆ ਠੀਕ ਆ ਸਾਡੇ ਕਿਸਾਨ ਸ਼ਹੀਦ ਹੋ ਰਹੇ ਠੀਕ ਦੁੱਖ ਸਾਨੂੰ ਵੀ ਜੀ ਪਰ ਅਸੀਂ ਹੁਣ ਤੁਹਾਨੂੰ ਜਿਹੜਾ ਇਹਦਾ ਜਿਹੜੀ ਤੁਸੀਂ ਦੇਸ਼ ਦੇ ਅੰਨਦਾਤੇ ਨਾਲ ਕਰ ਰਹੇ ਨਾ ਤੇ ਅੰਨਦਾਤਾ ਜੋ ਕਰ ਸਕਦਾ ਸਾਡੇ ਨਾਲ ਇਸ ਇਹ ਜਨ ਅੰਦੋਲਨ ਸੀਗਾ ਇਹਦੇ ਵਿੱਚ ਤੁਸੀਂ ਦੇਖੋ ਇੱਕ ਪਾਸੋਂ ਗਿਣਨਾ ਸ਼ੁਰੂ ਕਰੋ ਖੇਤ ਮਜ਼ਦੂਰ ਮੁਲਾਜ਼ਮ ट्रेड यूनियन देश ਦੀਆਂ 11-12 ट्रेड यूनियन ਉਹ ਕਿਸਾਨਾਂ ਨਾਲ ਸਹਿਮਤ ਉਹ ਕਿਸਾਨਾਂ ਦੇ ਅੰਦੋਲਨ 'ਚ ਸ਼ਾਮਲ ਸਾਰੀਆਂ ਜਥੇਬੰਦੀਆਂ ਹੋ ਗਈਆਂ ਆੜਤੀਏ
ਮਤਲਬ ਮੁਲਾਜ਼ਮ ਬੁੱਧੀਜੀਵੀ ਸਾਰੇ ਵਰਗ ਸ਼ਾਮਲ ਸੀ। ਈਵਨ ਬੀਜੇਪੀ ਦੇ ਵਿੱਚੋਂ ਵੀ ਕਈ ਲੋਕ ਛੱਡ ਕੇ ਕਿਸਾਨ ਅੰਦੋਲਨ ਚ ਆਏ, ਹਮਾਇਤ ਚ ਆਏ। ਹਾਂਜੀ, ਇਹ ਸਾਰਾ ਕੁਝ ਦੱਸਦਾ ਵੀ ਇਹ ਜਨ ਅੰਦੋਲਨ ਸੀਗਾ। ਜਨ ਅੰਦੋਲਨ ਹੋਣ ਕਰਕੇ ਹੀ ਬੀਜੇਪੀ ਦਾ ਜਿਹੜਾ ਨਰੇਟਿਵ ਹੈ, ਜਿਹੜਾ ਉਹ ਸਿਰਜਦੇ ਰਹੇ। 3-4 ਵਾਰੀ ਇੱਟਾਂ ਪੱਥਰ ਵੀ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਸਾਨ ਅੰਦੋਲਨ, ਪਰ ਉਹ ਗੱਲ ਜਿਹੜੀ ਆ ਉਹ ਕਰ ਨਹੀਂ ਸਕੇ। ਜਿੱਧਰ ਨੂੰ ਤੋਰਨਾ ਚਾਹੁੰਦੇ ਸੀ ਉਧਰ ਨੂੰ ਤੋਰ ਨਹੀਂ ਸਕੇ। ਵਾਰ-ਵਾਰ ਜਿਹੜੀਆਂ ਅਸਫਲਤਾਵਾਂ ਮਿਲੀਆਂ, ਵਾਰ-ਵਾਰ ਫੇਲਿਅਰ ਮਿਲੀ, ਜਿਹਨੇ ਇਹ ਜਿਹੜਾ ਦੂਜੇ ਪਾਸੇ ਜਿਸ ਸਮੇਂ ਨਾਲ ਕਿਸਾਨ ਲੀਡਰਸ਼ਿਪ ਨੇ ਇਹ ਅੰਦੋਲਨ ਚਲਾਇਆ, ਉਹਨਾਂ ਵੀ ਇੱਕ ਦਾਦ ਦੇਣੀ ਬਣਦੀ ਹੈ। ਇਹਨਾਂ ਪ੍ਰੋਵੋਕੇਸ਼ਨ ਦੇ ਇਹ ਭੜਕਾੜ ਦੇ ਬਾਵਜੂਦ ਉਹ ਆਪਣੇ ਫੈਸਲਿਆਂ ਤੋਂ ਉਹਨਾਂ ਨੇ ਜਿਸ ਦ੍ਰਿੜਤਾ ਨਾਲ ਲਾਗੂ ਕੀਤਾ, ਉਹਨੇ ਵੀ ਇੱਕ ਦੇਸ਼ ਦੁਨੀਆ ਦੇ ਵਿੱਚ ਇੱਕ ਮਿਸਾਲ ਬਣਾਈ ਆ। ਤੇ 7 ਦੇਸ਼ਾਂ ਦੀਆਂ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਬਾਰੇ ਡਿਸਕਸ਼ਨ ਹੋਈ, ਕਿਸਾਨਾਂ ਦੀ ਹਮਾਇਤ ਹੋਈ, ਸੰਯੁਕਤ ਰਾਸ਼ਟਰ ਤੱਕ ਕਿਸਾਨਾਂ ਨੂੰ ਹਮਾਇਤ ਮਿਲੀ। ਇੰਨੀ ਹਮਾਇਤ ਸ਼ਾਇਦ ਹੀ ਦੁਨੀਆ ਦੇ ਕਿਸੇ ਅੰਦੋਲਨ ਨੂੰ ਮਿਲੀ ਹੋਵੇ ਜਿੰਨੀ ਇਸ ਅੰਦੋਲਨ ਨੂੰ ਮਿਲੀ ਹੈ। ਇਸ ਅੰਦੋਲਨ ਨੇ ਇੱਕ ਨਵਾਂ ਇਤਿਹਾਸ ਸਿਰਜਿਆ। ਤੇ ਅੱਜ ਜੋ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਤੇ ਕੇਂਦਰ ਸਰਕਾਰ ਨੇ ਜੋ ਫੈਸਲਾ ਕੀਤਾ, ਉਹਦੇ ਨਾਲ ਵੀ ਇਸ ਅੰਦੋਲਨ ਦੀ ਜਿਹੜੀ ਜੋ ਮਕਬੂਲੀਅਤ ਹੋਈ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਹੋਈ ਹੈ। ਤਾਂ ਇਸ ਅੰਦੋਲਨ ਦੇ ਮੈਨੂੰ ਲੱਗਦਾ ਕਿ ਸਾਰਥਕ ਨਤੀਜੇ ਨਿਕਲੇ। ਠੀਕ ਹੈ, ਨੁਕਸਾਨ ਆਪਣੀ ਥਾਂ ਦੇ ਉੱਪਰ, ਪਰ ਜੋ ਇਹਨੇ ਪ੍ਰਾਪਤੀਆਂ ਕੀਤੀਆਂ ਉਹ ਵੀ ਬੜੀਆਂ ਕਮਾਲ ਦੀਆਂ ਪ੍ਰਾਪਤੀਆਂ। ਮਤਲਬ ਐਟ ਦਾ ਐਂਡ ਫੇਲ ਨਹੀਂ ਹੋਇਆ, ਇਹ ਜਿੱਤ ਹਾਸਲ ਹੋਈ। ਦੇਖੋ ਕੀ ਪ੍ਰਾਪਤੀਆਂ ਕੀ ਨੇ। ਇਹਨੇ ਧਰੂਵੀਕਰਨ ਦੀ ਰਾਜਨੀਤੀ ਉਹਨੂੰ ਮਾਰ ਦਿੱਤੀ। ਇਹਨੇ ਜਿਹੜੀ ਹੈ ਪੰਜਾਬ ਹਰਿਆਣਾ ਦੇ ਵਿੱਚ ਇਹਨੇ ਭਰਾਤਰੀ ਭਾਵ ਜਿਹੜਾ ਉਹ ਬਣਾਇਆ। ਕੋਈ ਕਿਸਾਨ ਖੇਤ ਮਜ਼ਦੂਰ ਆ, ਕੋਈ ਕਿਸਾਨ 100 ਏਕੜ ਦਾ ਮਾਲਕ ਆ, ਸਾਰਿਆਂ ਨੂੰ ਇੱਕੋ ਥਾਂ ਦੇ ਉੱਪਰ ਬਿਠਾਇਆ। ਇਹਦੇ ਵਿੱਚ ਜਿਹੜੀ ਔਰਤਾਂ ਦੀ ਭਾਗੀਦਾਰੀ ਹੈ, ਔਰਤਾਂ ਦੀ ਹਿੱਸੇਦਾਰੀ ਹੈ, ਔਰਤਾਂ ਨੂੰ ਬਰਾਬਰ ਤੇ ਲਿਆਉਣ ਦੇ ਵਿੱਚ ਮਤਲਬ ਕਿੰਨੇ ਪੰਜਾਬ ਦੇ ਵਿੱਚ ਧਰਨੇ ਹੋ ਰਹੇ, ਮਤਲਬ ਕਿੰਨੀਆਂ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜਾ ਕੇ ਕਿਸਾਨ ਔਰਤਾਂ ਜਿਹੜੀਆਂ ਬੀਬੀਆਂ ਜਿਹੜੀਆਂ ਉਹ ਬੈਠੀਆਂ, ਜਿਹਦੇ ਚ ਮਾਵਾਂ ਭੈਣਾਂ ਧੀਆਂ ਸਾਰਾ ਕੁਝ ਸ਼ਾਮਲ ਹੈ। ਉਹਨਾਂ ਨੂੰ ਬਰਾਬਰਤਾ ਦਾ ਮੌਕਾ ਮਿਲਿਆ, ਉਹਨਾਂ ਨੂੰ ਸਮਾਜ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਇਹ ਜਿਹੜੀਆਂ ਚੀਜ਼ਾਂ ਮਿਲੀਆਂ ਨੇ ਸਾਨੂੰ, ਇਹਨਾਂ ਦਾ ਦੂਰ ਰਾਹ ਸਿੱਟੇ ਨਿਕਲਣਗੇ। ਕਿਸਾਨ ਅੰਦੋਲਨ ਨੇ ਲੋਕਾਂ ਨੂੰ ਬੋਲਣ ਲਾਤਾ। ਜਿਹੜੇ ਲੋਕ ਮੋਦੀ ਸਰਕਾਰ ਖਿਲਾਫ ਬੋਲਦੇ ਨਹੀਂ ਸੀਗੇ, ਉਹਨਾਂ ਨੂੰ ਜ਼ੁਬਾਨ ਦਿੱਤੀ। ਮਤਲਬ ਇੰਨੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ। ਉਹਦੇ ਵਿੱਚ ਹਰਿਆਣੇ ਦੇ ਵਿੱਚ ਕਿਸਾਨ ਸਵਾਲ ਕਰ ਰਹੇ ਪੋਲੀਟੀਕਲ ਆਗੂਆਂ ਨੂੰ, ਪੰਜਾਬ ਦੇ ਵਿੱਚ ਕਰ ਰਹੇ, ਮਤਲਬ ਪਿੰਡਾਂ ਦੇ ਵਿੱਚ ਵੜਨਾ ਬੰਦ ਕੀਤਾ ਹੋਇਆ। ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ, ਇਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਮਤਲਬ ਕੋਈ ਵੀ ਲੀਡਰ ਜਾਵੇ, ਕਾਂਗਰਸ ਦਾ ਹੋਵੇ, ਬੀਜੇਪੀ ਦਾ ਹੋਵੇ ਜਾਂ ਅਕਾਲੀ ਦਲ ਦਾ ਹੋਵੇ, ਸਾਰਿਆਂ ਨੂੰ ਸਵਾਲ ਪੁੱਛੇ ਜਾਂਦੇ ਵੀ ਤੁਸੀਂ ਕੀ ਫੈਸਲੇ ਕਰਦੇ ਰਹੇ ਹੋ, ਤੁਸੀਂ ਖੇਤੀ ਦੇ ਹੱਕ, ਕਿਸਾਨੀ ਦੇ ਹੱਕ ਦੇ ਵਿੱਚ ਕੀ ਕੀਤਾ, ਤੁਸੀਂ ਅੱਗੇ ਨੂੰ ਕੀ ਕਰੋਗੇ, ਤੁਹਾਡੇ ਹੁੰਦੇ ਆ ਮਾੜੇ ਕਾਨੂੰਨ ਬਣੇ। ਇਹਦੇ ਉੱਪਰ ਲਾਜਵਾਬ ਕੀਤਾ ਕਿਸਾਨਾਂ ਨੇ। ਮਤਲਬ ਇਹ ਇੱਕ ਜਨ ਚੇਤਨਾ ਜਿਹੜੀ ਆ ਲੋਕਾਂ ਦੇ ਵਿੱਚ ਆਈ, ਜਿਹੜੀ ਕਮਾਲ ਦੀ ਹੈ। ਇਹ ਜਿਹੜੀ ਚੇਤਨਾ ਆਈ ਹੈ, ਜਿਵੇਂ ਅਸੀਂ ਆਜ਼ਾਦੀ ਦਾ ਅੰਦੋਲਨ ਕਹਿੰਦੇ, ਇਹ ਦੂਜੀ ਆਜ਼ਾਦੀ ਦੀ ਲੜਾਈ ਸੀ। ਜਿਹੜਾ ਇਹਨੇ ਸਾਡੇ ਦੇਸ਼ ਦੇ ਉੱਪਰ ਇੰਪੈਕਟ ਛੱਡਿਆ, ਪ੍ਰਭਾਵ ਪਾਇਆ, ਉਹ ਬਹੁਤ ਕਮਾਲ ਦਾ ਪ੍ਰਭਾਵ ਆ, ਜਿਹਦੇ ਅਸਰ ਜਿਹੜੇ ਆ ਉਹ ਦਿਖਣੇ ਸ਼ੁਰੂ ਹੋਏ। ਮਤਲਬ ਸਵਾਲ ਕਰਨ ਦਾ ਇੱਥੇ ਹੀ ਨਹੀਂ। ਮਤਲਬ ਖੇਤੀਬਾੜੀ ਮੰਤਰੀ ਹੈ ਮੱਧ ਪ੍ਰਦੇਸ਼ ਦਾ, ਜਦੋਂ ਖੇਤੀਬਾੜੀ ਮੰਤਰੀ ਗਿਆ ਉੱਥੇ, ਉਹਨੂੰ ਵੀ ਸਵਾਲ ਹੋਏ, ਮਤਲਬ ਹੋਰਾਂ ਨੂੰ ਵੀ ਸਵਾਲ ਹੋਣ ਲੱਗੇ। ਇਹ ਇੱਕ ਬਹੁਤ ਹੀ ਵਧੀਆ ਹੋਇਆ। ਮਤਲਬ ਡੈਮੋਕ੍ਰੇਸੀ ਦੇ ਵਿੱਚ ਲੋਕ ਸਵਾਲ ਕਰਨ ਲੱਗੇ। ਨਹੀਂ ਤਾਂ ਅੱਗੇ ਆਇਆ ਆਗੂ ਨੇ ਭਾਸ਼ਣ ਕੀਤਾ, ਜਾਓ ਜੀ ਤਾੜੀਆਂ ਮਾਰੀਆਂ, ਕਿਸੇ ਨੇ ਵਿਰੋਧ ਮਾੜਾ ਮੋਟਾ ਕੀਤਾ। ਹੁਣ ਤਾਂ ਬਕਾਇਦਾ ਇਹ ਹੋਇਆ ਵੀ ਬਕਾਇਦਾ ਮਤਲਬ ਲੋਕ ਔਖੇ ਹੋਣ ਸੌਖੇ ਹੋਣ। ਤੁਸੀਂ ਇੱਕ ਗੱਲ ਦੇਖੋ, ਚੰਡੀਗੜ੍ਹ ਦੀ ਦੇਖੋ, ਮੋਹਾਲੀ ਦੀ ਦੇਖੋ ਨਾ, ਚੰਡੀਗੜ੍ਹ ਚ ਕੋਈ ਖੇਤੀ ਨਹੀਂ ਕਰਨ ਵਾਲੇ, ਮਤਲਬ ਖੇਤੀ ਕਰਕੇ ਛੱਡ ਕੇ ਆ ਗਿਆ। ਮਤਲਬ ਚੌਂਕ ਕੀ ਸੰਕੇਤ ਕਰਦੇ, ਮਤਲਬ ਚੌਂਕਾਂ ਦੇ ਉੱਪਰ ਮਤਲਬ ਔਰਤਾਂ ਵੀ ਨੇ, ਮਟਿਆਰਾਂ ਵੀ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਰੋਜ਼ ਝੰਡੇ ਲੈ ਕੇ ਖੜੇ ਹੁੰਦੇ। ਮਤਲਬ ਇਸ ਅੰਦੋਲਨ ਦੀ ਇਹ ਹਮਾਇਤ ਹੈ। ਇਹ ਦੱਸਦਾ ਵੀ ਇਸ ਅੰਦੋਲਨ ਨੇ ਕਿੱਥੋਂ ਤੱਕ ਲੋਕਾਂ ਨੂੰ ਝੰਜੋੜਿਆ, ਕਿੱਥੋਂ ਤੱਕ ਇਸ ਅੰਦੋਲਨ ਦੇ ਹੱਕ ਦੇ ਵਿੱਚ ਤੋਰਿਆ। ਮੇਰਾ ਖਿਆਲ ਹੈ ਕਮਾਲ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਹੋਰ ਕਿਸੇ ਅੰਦੋਲਨ ਨੇ ਇੰਨਾ ਨਹੀਂ ਕੀਤੀਆਂ। ਮਹਿੰਗਾਈ ਵਧੀ, ਮਹਿੰਗਾਈ ਦਾ ਮੁੱਦਾ ਵੀ ਕਿਸਾਨਾਂ ਨੇ ਉਠਾਇਆ। ਇੱਕ ਗੱਲ ਹੋਰ, ਜਿਹੜੀ ਦੇਸ਼ ਦੇ ਵਿੱਚ ਸਾਡੇ ਜਿਹੜੇ ਸ਼ਹੀਦ ਹੋਏ ਆਜ਼ਾਦੀ ਅੰਦੋਲਨ 'ਚ ਜਿਨ੍ਹਾਂ ਕੁਰਬਾਨੀਆਂ ਕੀਤੀਆਂ, ਆ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਆ ਸਾਡੇ ਦੇਸ਼ ਦਾ, ਪੱਤਰਕਾਰ, ਪਹਿਲਾ ਪੱਤਰਕਾਰ ਸ਼ਹੀਦ ਪੱਤਰਕਾਰ ਹੈ। ਉਹਦੇ ਨਾਲ ਜਿਹੜੇ 6 ਹੋਰ ਸਾਥੀ ਉਹਦੇ ਸ਼ਹੀਦ ਹੋਏ, ਉਹਨਾਂ ਦਾ ਦਿਨ 16 ਨੂੰ ਉਹਨਾਂ ਮਨਾਇਆ।
ਹਾਂਜੀ। ਫਿਰ ਇੱਕ ਬਿਰਸਾ ਮੁੰਡਾ ਜਿਹੜਾ ਕਬਾਇਲੀ ਏਰੀਏ ਦਾ ਸ਼ਹੀਦ ਸੀਗਾ, ਉਹਦਾ ਦਿਨ ਮਨਾਇਆ। ਜੀ। ਫਿਰ ਬਾਬੇ ਨਾਨਕ ਦਾ ਜਿਹੜਾ ਅੱਜ ਪ੍ਰਕਾਸ਼ ਦਿਹਾੜਾ ਉਹ ਮਨਾ ਰਹੇ। ਮਤਲਬ ਜਿੰਨੇ ਸਾਡੀ ਆਜ਼ਾਦੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਲੋਕ, ਉਹਨਾਂ ਦੇ ਦਿਨ ਜਿਹੜੇ ਕਿਸਾਨਾਂ ਨੇ ਮਨਾਏ। ਹਾਂਜੀ। ਅੱਗੇ ਪਹਿਲਾਂ ਰਸਮ ਪੂਰੀ ਕਰਨ ਲਈ ਸ਼ਹੀਦ ਆਜਮ ਭਗਤ ਸਿੰਘ ਦਾ, ਮਤਲਬ ਰਾਜਗੁਰੂ ਦਾ, ਸੁਖਦੇਵ ਦਾ, ਹਾਂਜੀ। ਉਹਦੇ ਨਾਲ ਸ਼ਹੀਦ ਊਧਮ ਸਿੰਘ ਦਾ, ਜਿੰਨੀ ਸਾਡੀ ਲਹਿਰ ਦੇ ਵਿੱਚ ਸ਼ਹੀਦ ਹੋਏ ਉਹਨਾਂ ਸਾਰਿਆਂ ਦਾ ਜਿਸ ਵੱਡੇ ਪੱਧਰ ਤੇ ਕਿਸਾਨੀ ਅੰਦੋਲਨ ਨੇ ਉਹਨਾਂ ਨੂੰ ਮਨਾਉਣਾ ਸ਼ੁਰੂ ਕੀਤਾ, ਉਹ ਜਿਹੜੀ ਭਾਵਨਾ 'ਚ ਜੋ ਕੁਝ ਉਹਨਾਂ ਕੀਤਾ, ਮੇਰਾ ਖਿਆਲ ਉਹਦੇ ਨਤੀਜੇ ਜਿਹੜੇ ਬੜੇ ਅੱਗੇ ਨੂੰ ਵਧੀਆ ਨਿਕਲਣਗੇ ਤੇ ਦੇਸ਼ ਦੇ ਵਿੱਚ ਇੱਕ ਡੈਮੋਕ੍ਰੈਟਿਕ ਧਰਮ ਨਿਰਪੱਖ ਲਹਿਰ ਜਿਹੜੀ ਉਹ ਸਾਰਨ ਦੇ ਵਿੱਚ ਮਦਦਗਾਰ ਹੋਵੇ। ਤੇ ਇਤਿਹਾਸ ਦੇ ਪੰਨਿਆਂ ਵਿੱਚ ਜ਼ਰੂਰ ਦਰਜ ਹੋਊਗਾ ਇਹਦਾ ਦਰਜ ਹੋ ਗਿਆ ਜੀ। ਹਾਂਜੀ ਹਾਂਜੀ। ਤੇ ਇੱਕ ਇਹ ਮੁੱਦਾ ਹੈ ਕਿ ਜੋ ਪੀਐਮ ਮੋਦੀ ਸਰਕਾਰ ਨੇ ਜੋ ਇਹ ਫੈਸਲਾ ਲਿਆ, ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਇਸ ਦਾ ਜੋ ਫਾਇਦਾ ਉਹ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਜ਼ਿਆਦਾ ਹੋਏਗਾ। ਦੇਖੋ, ਇਹ ਕਹਿਣ ਦੀਆਂ ਗੱਲਾਂ ਨੇ। ਕੈਪਟਨ ਅਮਰਿੰਦਰ ਸਿੰਘ ਜਿਹੜੀ ਪਾਰਟੀ ਦੇ ਵਿੱਚ 9.5 ਸਾਲ ਜਿਹਦੇ ਸਿਰ ਤੇ ਉਹਨਾਂ ਨੇ ਮੁੱਖ ਮੰਤਰੀਸ਼ਿਪ ਕੀਤੀ, ਜੇ ਉਹਦੇ ਨਹੀਂ ਹੋ ਸਕਦੇ ਕਿਹਦੇ ਹੋਣਗੇ? ਹਾਂਜੀ। ਜਿਹੜਾ ਉਹਨਾਂ ਨੇ ਰਸਤਾ ਚੁਣਿਆ, ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੈ। ਇਹ ਵਿਰੋਧ ਇਹਦੇ ਨਾਲ ਇੱਕਦਮ ਨਹੀਂ ਕੱਟਣ ਲੱਗਾ। ਹਾਂਜੀ। ਵੀ ਲੋਕ ਇੱਕਦਮ ਬੀਜੇਪੀ ਵੱਲ ਨੂੰ ਨਹੀਂ ਤੁਰਨਗੇ। ਮਹਿੰਗਾਈ ਅੱਜ ਵੀ ਓਡਾ ਹੀ ਵੱਡਾ ਇਸ਼ੂ ਹੈ। ਖੇਤੀ ਕਾਨੂੰਨ ਵਾਪਸ ਹੋ ਗਏ। ਮਤਲਬ ਕੈਪਟਨ ਸਾਹਿਬ ਦੀ ਬੀਜੇਪੀ 'ਚ ਕਿੰਨੀ ਕੁ ਸੁਣਵਾਈ ਹੋਏਗੀ? ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਉਹ ਅਮਿਤ ਸ਼ਾਹ ਨੂੰ ਮਿਲਣ ਗਏ, ਕੇਂਦਰੀ ਗ੍ਰਹਿ ਮੰਤਰੀ ਨੂੰ, ਉਹਨਾਂ ਨੂੰ ਮਿਲੇ ਟਾਈਮ ਹੀ ਨਹੀਂ ਮਿਲੇ। ਇਹਦੇ ਤੋਂ ਲੱਗਦਾ ਕਿ ਜਿਹੜੀ ਉਹਨਾਂ ਦੀ ਆਪਣਾ ਜਿਹੜਾ ਕੱਦ ਸੀਗਾ ਉਹ ਵੀ ਘਟਿਆ, ਪਰ ਉਹ ਸ਼ੋਅ ਇਸੇ ਤਰ੍ਹਾਂ ਕਰ ਰਹੇ ਨੇ, ਜੋ ਜਿਵੇਂ ਮਰਜ਼ੀ ਕਰਨ। ਨਾਲੇ ਉਮਰ ਦਾ ਵੀ ਤਕਾਜ਼ਾ, ਉਹ ਮੇਰਾ ਖਿਆਲ 80 ਦੇ ਜਿਹੜਾ ਹੋਣ ਵਾਲੇ ਆ ਮਾਰਚ 'ਚ ਹੋ ਜਾਣਾ 11 ਮਾਰਚ ਨੂੰ, ਇਸ ਕਰਕੇ ਉਮਰ ਦਾ ਵੀ ਤਕਾਜ਼ਾ, ਭਾਵੇਂ ਉਹ ਜੋ ਮਰਜ਼ੀ ਦਾਅਵੇ ਕਰਨ। ਨਾਲੇ ਉਹਨਾਂ ਦਾ ਇਹ ਸੀਗਾ, ਉਹ ਕਿਸੇ ਨੂੰ ਮਿਲਣ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੌਲਾ ਪਿਆ ਨਾ, ਉਹ ਆਪਣੇ ਕੈਬਨਿਟ ਸਾਥੀਆਂ, ਆਪਣੇ ਵਿਧਾਇਕਾਂ ਨੂੰ ਨਹੀਂ ਸੀ ਮਿਲਦੇ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕੋਈ ਇੰਨਾ ਨਹੀਂ ਬਦਲ ਜਾਣਗੇ। ਉਮਰ ਦੇ ਵਿੱਚ ਇੱਕ ਪੜਾਅ ਹੁੰਦਾ ਜਿਹਦੇ 'ਚ ਬੰਦਾ ਬਦਲ ਸਕਦਾ। ਹੁਣ ਜਿਹੜੇ ਪੜਾਅ 'ਚ ਇਹਦੇ 'ਚ ਕੀ ਬਦਲਣਾ? ਤੇ ਇਸ ਕਰਕੇ ਇਹ ਗੱਲ ਕਹਿਣਾ ਕਿ ਉਹ ਬਹੁਤ ਫਾਇਦਾ ਹੋ ਜਾਏਗਾ, ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ। ਉਹ ਪਾਰਟੀ ਬਣਾ ਲੈਣ, ਪਾਰਟੀ ਉਹਨਾਂ ਪਹਿਲਾਂ ਵੀ ਬਣਾਈ ਸੀਗੀ, ਪੰਥਕ ਅਕਾਲੀ ਦਲ ਬਣਾਇਆ ਸੀ, 1992 ਦੀਆਂ ਚੋਣਾਂ ਲੜੀਆਂ, ਉਹਦੇ ਕੀ ਨਤੀਜੇ ਆਏ ਸੀਗੇ? 3 ਸੀਟਾਂ ਇਹਨਾਂ ਜਿੱਤੀਆਂ ਸੀਗੇ, ਉਦੋਂ ਪੁਲਿਸ ਵੀ ਮਦਦ ਤੇ ਸੀਗੀ। ਹੁਣ ਕੀ ਖਾਸ ਜਿੱਤਣਗੇ? ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਫਰਕ ਪੈਗਾ। ਹਾਂ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਟਿਕਟਾਂ ਨਹੀਂ ਦੇਗੇ, ਕੁਝ ਲੋਕ ਇਹਨਾਂ ਨਾਲ ਚਲੇ ਜਾਣਗੇ, ਹੋਰ ਬੜਾ ਕੁਝ ਨਹੀਂ ਹੋਣ ਵਾਲਾ। ਬੀਜੇਪੀ ਨੂੰ ਵੀ ਮੈਨੂੰ ਲੱਗਦਾ ਕਿ ਜਿਹੜੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਆਸਾਂ ਲਾਈਆਂ ਸੀ, ਉਹਨਾਂ ਨੂੰ ਵੀ ਪੂਰੀਆਂ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ। ਉਹਨਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਥੋੜੀ ਬੜੀ ਚਰਚਾ ਜ਼ਰੂਰ ਹੋ ਰਹੀ ਹੈ ਕਿ ਆਹ ਗੱਲ ਜਿਹੜੀ ਆ ਇਹ ਸਾਨੂੰ ਕੋਈ ਬੜਾ ਫਾਇਦਾ ਨਹੀਂ ਹੋਣ ਲੱਗਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਕੋਈ ਫਾਇਦਾ ਹੋਏਗਾ। ਨਾਲੇ ਕਿਉਂ, ਮਤਲਬ ਇੱਕ ਕਹਾਵਤ ਹੁੰਦੀ ਹੈ, ਮਤਲਬ ਜਿਹਨਾਂ ਨੇ ਜ਼ਿੰਦਗੀ ਦਾ ਜੋ ਕੁਝ ਕਰਨਾ ਸੀ ਉਹ ਕਰ ਲਿਆ, ਤੇ ਅੱਗੇ ਕਿਉਂ ਮਤਲਬ ਉਹਦੇ ਤੇ ਦਾ ਖੇਡਿਆ ਜਾਵੇ? ਕੋਈ ਮਤਲਬ ਘੋੜਿਆਂ ਦੀਆਂ ਦੌੜਾਂ ਹੁੰਦੀਆਂ, ਕੋਈ ਹਾਰੇ ਹੋਏ ਘੋੜੇ ਤੇ ਜਾਂ ਜਿਹੜਾ ਬਜ਼ੁਰਗ ਹੋ ਜਾਏ ਉਹਦੇ ਤੇ ਦਾ ਲਾਉਂਦਾ ਕਦੇ ਦੇਖਿਆ? ਤੇ ਜਿਹੜਾ ਦਾ ਲਾਏਗਾ ਤਾਂ ਉਹਨੇ ਕੀ ਉਹਦਾ ਵਟਿਆ ਜਾਏਗਾ। ਇਸ ਕਰਕੇ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਬਹੁਤ ਵੱਡੀ ਬੈਟ ਜਿਹੜੀ ਹੈ, ਕੋਈ ਬਹੁਤ ਵੱਡੀ ਜਿਹੜੀ ਇਹਨਾਂ ਦੇ ਉੱਪਰ ਇਸ ਕਿਸਮ ਦੀ ਹੋਵੇ। ਠੀਕ ਹੈ, ਉਹ ਉਹਨਾਂ ਦਾ ਇੱਕ ਅਸਰ ਜਿਹੜਾ, ਪਰ ਉਹ ਅਸਰ ਜਿਹੜਾ ਪਿਛਲੇ 4.5 ਸਾਲਾਂ ਦੇ ਵਿੱਚ ਲੋਕਾਂ ਨੇ ਜੋ ਦੇਖਿਆ, ਜੋ ਫੈਸਲੇ ਸੀਗੇ, ਇਸ ਵਾਰੀ ਤਾਂ ਕਿਹਾ ਜਾਂਦਾ ਵੀ ਉਹਨਾਂ ਨੇ ਸਰਕਾਰ ਹੀ ਜਿਹੜੀ ਆ ਉਹ ਬਿਊਰੋਕ੍ਰੇਸੀ ਨੂੰ ਦਿੱਤੀ ਹੋਈ ਸੀਗੀ, ਆਪ ਤਾਂ ਕੰਮ ਕਰਦੇ ਹੀ ਨਹੀਂ ਸੀਗੇ। ਤੋਂ ਇਸ ਕਰਕੇ ਜੇ 4.5 ਸਾਲਾਂ ਦਾ ਵੀ ਅਸਰ ਜਿਹੜਾ ਉਹ ਰਹਿਣਾ, ਜਿਹੜਾ ਦਾਅਵਾ ਕਰਦਾ ਕੋਈ ਮੈਂ 85% ਵਾਅਦੇ ਪੂਰੇ ਕਰਤੇ, ਉਹ ਕਿੱਥੇ ਪੂਰੇ? ਔਨ ਗਰਾਊਂਡ ਕੀ ਹੈ? ਆ ਪਿਛਲੇ 2 ਦਿਨ ਪਹਿਲਾਂ ਜਿਹੜੇ ਆ ਇਹ 2 ਨੌਜਵਾਨ ਮਰ ਗਏ, ਮਤਲਬ ਲੜਾਈ ਦੇ ਵਿੱਚ। ਲੜਾਈ ਕਾਹਦੀ? ਨਸ਼ੇ ਤੋਂ। ਵੀ ਨਸ਼ੇ 'ਚ ਕੌਣ ਵੇਚੇਗਾ ਨਸ਼ਾ? ਮਤਲਬ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਦੱਸਦੀਆਂ ਵੀ ਨਸ਼ਿਆਂ ਦਾ ਕਿੰਨਾ ਪ੍ਰਚਲਨ ਹੈ, ਕਿੰਨੇ ਨਸ਼ੇ ਚੱਲਦੇ ਆ। ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਰੇਖਾਂਕਿਤ ਕਰਦੀਆਂ ਵੀ ਕਿੱਧਰ ਨੂੰ ਜਾ ਰਿਹਾ ਪੰਜਾਬ, ਕਿੱਧਰ ਨੂੰ ਗਿਆ। ਤੇ ਕਈ ਫੈਸਲੇ ਜਿਹੜੇ ਨਹੀਂ ਲਾਗੂ ਹੋਏ। ਘਰ ਰੋਜ਼ਗਾਰ ਦਾ ਮਾਮਲਾ ਸੀਗਾ, ਸਾਰੀ ਕਿਸਾਨੀ ਦਾ ਕਰਜ਼ਾ ਮਾਫ ਕਰਨਾ ਸੀਗਾ, ਉਹ ਵੀ ਇੱਕ ਮਤਲਬ ਥੋੜੇ 4625-30 ਕਰੋੜ ਰੁਪਇਆ ਮਾਫ ਕੀਤਾ ਗਿਆ। ਮਤਲਬ ਉਹ ਵੀ ਜਦੋਂ ਕਿ ਕਿਸਾਨੀ ਦੇ ਸਿਰ ਤਾਂ 1.25 ਲੱਖ ਕਰੋੜ ਦਾ ਕਰਜ਼ਾ। ਸੋ ਇਹ ਸਾਰੇ ਜਵਾਬ ਉਹਨਾਂ ਨੂੰ ਹੀ ਦੇਣੇ ਪੈਣਗੇ। ਆਪਣੇ ਉਹ ਮਹਿਲ 'ਚ ਬੈਠ ਕੇ ਬਿਆਨ ਦੇ ਸਕਦੇ ਆ,
ਪਰ ਇਹ ਬਿਆਨ ਜਿਹੜੇ ਆ ਜਦੋਂ ਪਬਲਿਕ ਜਾਣਗੇ ਉਦੋਂ ਉਹਨਾਂ ਨੂੰ ਪਤਾ ਲੱਗ ਜਾਏਗਾ ਹਕੀਕਤ ਕੀ ਹੈ। ਠੀਕ ਹੈ, ਕੁਝ ਲੋਕ ਜਿਹੜੇ ਉਹਨਾਂ ਨਾਲ ਜਾ ਸਕਦੇ, ਪਰ ਉਹ ਹੇਠਲੇ ਪੱਧਰ ਤੇ ਤਾਂ ਕੈਪਟਨ ਅਮਰਿੰਦਰ ਸਿੰਘ ਕਦੇ ਵਿਚਰੇ ਹੀ ਨਹੀਂ ਗਏ। ਹਾਂਜੀ, ਇਸ ਕਰਕੇ ਉਹ ਵਿਰੋਧ ਜਿਹੜਾ ਉਹਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪਏਗਾ। ਤੇ ਇਸ ਐਲਾਨ ਤੋਂ ਬਾਅਦ ਜਿਹੜੇ ਸਾਡੇ ਸੀਐਮ ਚਰਨਜੀਤ ਸਿੰਘ ਚੰਨੀ ਤੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਧਿਕਸ਼ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਕੀ ਰਿਐਕਸ਼ਨਸ ਆ ਰਹੇ ਨੇ? ਦੇਖੋ, ਇਹ ਸਮਝੌਤੇ ਤੇ ਸਾਰੇ ਹਮਾਇਤ ਕਰ ਰਹੇ ਨੇ। ਹਾਂਜੀ, ਸਾਰੇ ਕਹਿ ਰਹੇ ਵੀ ਠੀਕ ਹੈ, ਚੰਗਾ ਹੋ ਗਿਆ, ਗੱਲ ਇਹਨੂੰ ਲਾਗੂ ਕਰਨਾ ਚਾਹੀਦਾ। ਜਿਵੇਂ ਪਹਿਲਾਂ ਜਿਹੜਾ ਕਰਤਾਰਪੁਰ ਲਾਂਘੇ ਦੇ ਉੱਪਰ ਵੀ ਕੇਂਦਰ ਸਰਕਾਰ ਨੇ ਕੀਤਾ, ਹਾਂਜੀ, ਉਹ ਫੈਸਲਾ ਤਾਂ ਪਹਿਲਾਂ ਹੋਣਾ ਚਾਹੀਦਾ ਹੈ। ਕਰੋਨਾ ਕਾਲ ਤਾਂ ਕਦੋਂ ਦਾ ਜਾ ਚੁੱਕਾ। ਹਾਂਜੀ, ਚਲੋ ਉਹ ਵੀ ਬਾਬੇ ਨਾਨਕ ਦੇ ਉੱਪਰ ਕੀਤਾ, ਉਹਦੇ ਪਿੱਛੇ ਵੀ ਕੋਈ ਨਾ ਕੋਈ ਵੋਟਾਂ ਦੀ ਸਿਆਸਤ ਹੈਗੀ ਹੈ। ਇਹ ਕਿਸਾਨੀ ਨੂੰ ਵੀ, ਕਿਉਂਕਿ ਜਿਹੜਾ ਬੀਜੇਪੀ ਆ ਜਾਂ ਪ੍ਰਧਾਨ ਮੰਤਰੀ ਆ, ਉਹਨਾਂ ਨੂੰ ਹਕੀਕਤ ਦੱਸਦੀ ਵੀ ਦੇਸ਼ ਜਾ ਕਿੱਧਰ ਨੂੰ ਰਿਹਾ, ਉਹਨਾਂ ਦਾ ਵਿਰੋਧ ਕਿੰਨਾ ਹੋ ਰਿਹਾ। ਇਹਦੇ ਚ ਉਹਨਾਂ ਨੇ ਫੈਸਲਾ ਲੈ ਲਿਆ, ਠੀਕ ਹੈ, ਚੰਗੀ ਗੱਲ ਆ, ਇਹ ਕੋਈ ਮਾੜੀ ਗੱਲ ਨਹੀਂ, ਵਧੀਆ ਹੋਇਆ, ਕਿਉਂਕਿ ਲੋਕ ਲੜ ਰਹੇ ਸੀਗੇ। ਤੁਸੀਂ ਹੁਣ ਮਤਲਬ 2 ਦੀਵਾਲੀਆਂ ਲੋਕਾਂ ਨੂੰ ਉੱਥੇ ਬੈਠਣਾ ਪਿਆ, ਜਦੋਂ ਕਿ ਦੀਵਾਲੀ ਦਾ ਇਹੋ ਜਿਹਾ ਤਿਉਹਾਰ ਆ ਜਿਹੜਾ ਕੋਈ ਵੀ ਘਰੋਂ ਬਾਹਰ ਨਹੀਂ ਰਹਿਣਾ ਚਾਹੁੰਦਾ, ਜੋ ਵੀ ਕਿਤੇ ਗਿਆ ਹੁੰਦਾ ਵਾਪਸ ਆ ਜਾਂਦਾ। ਸੋ ਇਸ ਕਰਕੇ ਫੈਸਲਾ ਜਿਹੜਾ ਉਹਨਾਂ ਨੇ ਕਰ ਲਿਆ, ਠੀਕ ਫੈਸਲਾ ਹੋ ਗਿਆ, ਠੀਕ ਦਿਸ਼ਾ ਦੇ ਵਿੱਚ ਹੋ ਗਿਆ, ਚੰਗੀ ਗੱਲ ਹੈ। ਇਹ ਪ੍ਰਧਾਨ ਮੁੱਖ ਮੰਤਰੀ ਪੰਜਾਬ ਕੀ ਜਿਹੜੇ ਵੀ ਕੋਈ ਆਗੂ ਆ, ਉਹ ਸਾਰੇ ਇਹਦੇ ਵੈਲਕਮ ਹੀ ਕਰ ਰਹੇ। ਹਾਂਜੀ, ਕਿਸਾਨ ਨਾਲ ਅਸੀਂ ਤਾਂ ਕਿਸਾਨਾਂ ਨਾਲ ਜਾਣਾ ਨਾ। ਹਾਂਜੀ, ਕਿਸਾਨ ਜਦੋਂ ਵੈਲਕਮ ਕਰ ਰਹੇ, ਕਿਸਾਨ ਜਦੋਂ ਚੰਗਾ ਕਰੇ, ਤੇ ਬਾਕੀ ਕਿਸੇ ਦੀ ਬਾਲੀ ਕੋਈ ਇਹਦੇ ਚ ਰਹਿ ਨਹੀਂ ਜਾਂਦੀ ਕਿ ਉਹ ਇਹਦਾ ਵਿਰੋਧ ਕਰੇ। ਠੀਕ ਦਿਸ਼ਾ ਦੇ ਵਿੱਚ ਫੈਸਲਾ ਠੀਕ ਹੋਏਗਾ, ਅੱਗੇ ਵੀ ਠੀਕ ਜਿਹੜੇ ਇਹਦੇ ਨਤੀਜੇ ਆਉਣਗੇ। ਤੇ ਅਗਲਾ ਮੁੱਦਾ ਇਹ ਹੈ ਕਿ ਸਾਡੇ ਜਿਹੜੇ ਸੀਐਮ ਨੇ ਚਰਨਜੀਤ ਸਿੰਘ ਚੰਨੀ, ਉਹ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਅਪੀਲ ਕਰ ਰਹੇ ਨੇ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਜਿਹੜੀ ਪ੍ਰਕਿਰਿਆ ਹੈ ਉਹਨੂੰ ਹੋਰ ਸੁਖਾਲਾ ਕੀਤਾ ਜਾਵੇ, ਨਾਲੇ ਫ੍ਰੀ ਬੱਸਿਸ ਦੀ ਵੀ ਮੰਗ ਕਰ ਰਹੇ ਨੇ। ਨਹੀਂ, ਫ੍ਰੀ ਬੱਸਾਂ ਤਾਂ ਜਿਹੜੀਆਂ ਉਹਨਾਂ ਨੇ ਆਪ ਚਲਾਉਣੀਆਂ ਨੇ ਪੰਜਾਬ ਦੇ ਵਿੱਚ। ਉਹਨਾਂ ਕਿਹਾ ਵੀ ਜਿਹੜੇ ਸ਼ਰਧਾਲੂ ਉੱਥੇ ਜਾਣਾ ਚਾਹੁੰਦੇ, ਹਾਂਜੀ, ਅਸੀਂ ਪੰਜਾਬ ਦੇ ਵਿੱਚ ਬੱਸਾਂ ਚਲਾਵਾਂਗੇ। ਇਹ ਸਾਡੇ ਦੇਸ਼ ਦੇ ਵਿੱਚ ਇੱਕ ਨਵਾਂ ਪ੍ਰਚਲਨ ਜਿਹੜਾ ਸ਼ੁਰੂ ਹੋਇਆ, ਇਹ ਪਿਛਲੀ ਜਿਹੜੀ ਆ ਅਕਾਲੀ ਬੀਜੇਪੀ ਸਰਕਾਰ ਨੇ ਸ਼ੁਰੂ ਕੀਤਾ ਸੀਗਾ। ਹਾਂਜੀ, ਬਾਦਲ ਸਾਹਿਬ ਦੇ ਸਮੇਂ ਮਤਲਬ ਜਿਹੜੇ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਲਈ ਨੰਦੇੜ ਸਾਹਿਬ ਵੀ ਭੇਜੇ, ਪਟਨਾ ਸਾਹਿਬ ਵੀ ਭੇਜੇ, ਮਤਲਬ ਕਈ ਪਾਸੇ ਉਹਨਾਂ ਨੇ ਟ੍ਰੇਨਾਂ ਵੀ ਚਲਾਈਆਂ, ਪਰ ਫੇਰ ਵੀ ਜਿਹੜਾ ਲਾਹਾ ਜਿਹੜਾ ਨਾ ਚੋਣਾਂ 'ਚ ਨਹੀਂ ਸੀ ਹੋਇਆ। ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਨਾ ਕੋਈ ਬੜਾ ਫਾਇਦਾ ਜਿਹੜਾ ਨਾ, ਠੀਕ ਹੈ, ਇੱਕ ਹੈਗਾ ਗੱਲ ਇਹ ਠੀਕ ਹੈ, ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਲੋਕਾਂ ਨੂੰ ਜਲਦੀ ਮਤਲਬ ਉੱਥੇ ਜਾਣ ਲਈ ਉਹ ਪ੍ਰਕਿਰਿਆ ਹੋਰ ਸੁਖਾਲੀ ਹੋਣੀ ਚਾਹੀਦੀ। ਐਵੇਂ ਸ਼ਰਤਾਂ ਨਹੀਂ ਲਾਈ ਜਾਣੀਆਂ ਚਾਹੀਦੀਆਂ, ਵਿਆਹ ਵੀ ਪੁਲਿਸ ਵੈਰੀਫਿਕੇਸ਼ਨ ਵੀ ਹੋਵੇ, ਫਲਾਣਾ ਵੀ ਹੋਵੇ, ਉਹ ਸਾਰੀਆਂ ਸ਼ਰਤਾਂ ਖਤਮ ਹੋਣੀਆਂ ਚਾਹੀਦੀਆਂ। ਹਾਂ, ਇੱਕ ਗੱਲ ਜ਼ਰੂਰ ਆ ਵੀ ਇਹ ਲਾਂਘਾ ਖੁੱਲ ਗਿਆ ਤੇ ਪਾਕਿਸਤਾਨ ਨਾਲ ਵਪਾਰ ਵੀ ਖੁੱਲਣਾ ਚਾਹੀਦਾ। ਜਿਹੜਾ ਵਪਾਰ ਅਸੀਂ ਵਾਇਆ ਦੁਬਈ ਕਰਦੇ ਆ ਉਹ ਬੰਦ ਹੋਣਾ ਚਾਹੀਦਾ, ਉਹ ਖੁੱਲਣਾ ਚਾਹੀਦਾ, ਤਾਂ ਕਿ ਲੋਕਾਂ ਦੇ ਰਿਸ਼ਤੇ ਜਿਹੜੇ ਆ ਉਹ ਚੰਗੇ ਬਣਨ ਤੇ ਮਿਡਲ ਈਸਟ ਤੱਕ ਜਿਹੜਾ ਉੱਤਰੀ ਭਾਰਤ ਆ ਇਹਨੂੰ ਆਪਣਾ ਕਾਰੋਬਾਰ ਕਰਨ ਦਾ ਮੌਕਾ ਮਿਲੇ। ਇੱਥੋਂ ਦੇ ਜਿਹੜੇ ਸਾਰਾ ਉਦਯੋਗ ਆ, ਸਾਰਾ ਜਿਹੜਾ ਹੇਠਲੇ ਕੁੱਲੀ ਤੱਕ ਜਿਹੜੇ ਜਿਨ੍ਹਾਂ ਦੇ ਕੰਮ ਬੰਦ ਹੋਏ ਸੀਗੇ ਕਰੋਨਾ ਕਾਲ ਦੇ ਵਿੱਚ, ਉਹ ਤੋਂ ਬਾਅਦ ਲਾਂਘਾ ਵਪਾਰਕ ਲਾਂਘਾ ਨਹੀਂ ਖੁੱਲਿਆ, ਉਹਦੇ ਕਰਕੇ ਜਿਹੜੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦਾ ਰੁਜ਼ਗਾਰ ਮੁੜ ਕੇ ਸ਼ੁਰੂ ਹੋ ਸਕੇ ਤੇ ਸਾਡਾ ਜਿਹੜਾ ਕਾਰੋਬਾਰ ਆ ਉਹ ਮਿਡਲ ਈਸਟ ਤੱਕ ਫੈਲ ਸਕੇ। ਇਹਦੇ ਲਈ ਜ਼ਰੂਰੀ ਹੈ ਕਿ ਉਹ ਜਿਹੜੀਆਂ ਰੋਕਾਂ ਜਿਹੜੀਆਂ ਉਹ ਵੀ ਖਤਮ ਕੀਤੀਆਂ ਜਾਣੀਆਂ ਚਾਹੀਦੀਆਂ। ਜੀ, ਜੰਮੂ ਜੀ ਸਨਾਈ ਸਾਡਾ ਅੱਜ ਦਾ ਗੁੱਡ ਮਾਰਨਿੰਗ ਸੰਗਤ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦੇਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।